ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਵਿਘਨਨ ਕੇ ਨਾਸ਼ਕ ਵਿਘਨਨ ਕੇ ਨਾਸਕ। ਹਰਿ ਗੋਬਿੰਦ ਸੁਭ ਸੁਮਤਿ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋ ਧਰਾ ਧਰ ਪੁਨ ਪੁਨ ਸੀਸ ਜੀ ਪੁਨ ਪੁਨ ਸੀਸ। ਮੰਦੋ ਹੋਂ ਬਾਰ ਬਾਰ ਜਗਦੀਸ਼। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਇਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਹਿਰਦੇ ਕਾਮਨਾ ਰਹਿ ਹਮੇਸ਼। ਔਰ ਬਹੁ ਕਰਨਾ ਕਰੋ ਵਿਸ਼ੇਸ਼। ਸੁਨ ਗੁਰ ਸ੍ਰੀ ਮੁਖ ਗਿਰਾ ਉਚਾਰੀ। ਚਰਨ ਕਾਲ ਰਹਿ ਦੇਗ ਤੁਮਾਰੀ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ। ਜ਼ਾਹਰਾ ਜ਼ਹੂਰ ਹਾਜ਼ਰ ਹਾਜ਼ੂਰ ਸਰਬ ਕਲਾ ਭਰਪੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਨ ਗੁਰੂ ਸਵਾਰੇ ਗੁਰੂ ਪਿਆਰੇ ਸਤਸੰਗੀ ਜਨੋ। ਆਓ ਮਹਾਰਾਜ ਜੀ ਕੀ ਅਪਾਰ ਬਖਸ਼ਿਸ਼ ਨਾਲ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਪ੍ਰਾਰੰਭਤਾ ਕਰੀਏ। ਗੁਰੂ ਇਤਿਹਾਸ ਕੀ ਲੜੀਵਾਰ ਕਥਾ ਜੋ ਸਤਿਗੁਰੂ ਜੀ ਕੇ ਇਹਨਾਂ ਪਵਿੱਤਰ ਸਥਾਨਾਂ ਤੇ ਆਪ ਸੰਗਤ ਰੋਜ਼ਾਨਾ ਸਰਵਨ ਕਰਦੇ ਹੋ ਚਲਦੀ ਆ ਰਹੀ ਲੜੀ ਤੈ ਥੋੜਾ ਸਮਾਂ ਮਹਾਰਾਜ ਜੀ ਕੇ ਜੀਵਨ ਬਿਰਤਾਂਤਾਂ ਨਾਲ ਜੁੜਦੇ ਹਾਂ। ਸਭ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਆਗਿਆ ਲਈਏ। ਰਸਨਾ ਪਵਿੱਤਰ ਕਰਨੀ ਗੁਰੂ ਫਤਿਹ ਨਾਲ ਸਾਂਝ ਪਾਓ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦਿਆਂ ਦੀਵਾਨਾਂ ਅੰਦਰ ਜਿੱਥੇ ਸੰਪੰਨਤਾ ਹੋਈ ਆਪ ਸੰਗਤ ਸਰਵਣ ਕਰ ਰਹੇ ਸੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋ ਕਿ ਲਖਨੌਰ ਦੀ ਧਰਤੀ ਤੇ ਬਖਸ਼ਿਸ਼ਾਂ ਵਰਤਾ ਰਹੇ ਹਨ। ਇੱਥੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਦਰਸ਼ਨ ਕਰਨ ਦੇ ਲਈ ਪੀਰ ਭੀਖਮ ਸ਼ਾਹ ਜੀ ਆਪਣੇ ਨਾਲ ਇੱਕ ਹੋਰ ਪੀਰ ਨੂੰ ਲੈ ਕਰਕੇ ਆਉਂਦੇ ਨੇ। ਹਾਣੀਆਂ ਦੇ ਨਾਲ ਖੇਡਦੇ ਮੈਦਾਨ ਵਿੱਚ ਖੇਡ ਖੇਡ ਰਹੇ ਸਨ, ਜਿੱਥੇ ਜਾ ਕਰਕੇ ਪੀਰ ਜੀਆਂ ਨੇ ਮਹਾਰਾਜ ਜੀ ਕੇ ਚਰਨ ਪਰਸੇ। ਨਾਲ ਹੀ ਇੱਛਾ ਪ੍ਰਗਟ ਕੀਤੀ ਕਿ ਜੋ ਕੁਝ ਦਿੱਲੀ ਦੀ ਧਰਤੀ ਤੇ ਵਰਤ ਰਿਹਾ ਹੈ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਸੋ ਉਹ ਕੀ ਹੈ, ਬਾਦਸ਼ਾਹ ਕੀ ਕਰਨ ਵਾਲਾ ਹੈ। ਭਵਿੱਖਿਅਤ ਸਮੇਂ ਦੀਆਂ ਕੁਝ ਬਾਤਾਂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਪੀਰ ਜੀਆਂ ਨੇ ਸਾਂਝੀਆਂ ਕੀਤੀਆਂ। ਮਹਾਰਾਜ ਨੇ ਵੀ ਬੇਅੰਤ ਬਖਸ਼ਿਸ਼ਾਂ ਦਿੱਤੀਆਂ ਹਨ ਤੇ ਨਾਲ ਆਪਣੇ ਜਿਹੜੇ ਇਹਨਾਂ ਦੇ ਟਿਕਾਣੇ ਹਨ, ਜਿੱਥੇ ਜਿੱਥੇ ਪੀਰ ਦੇ ਮੁਰਸ਼ਿਦ ਰਹਿੰਦੇ ਹਨ, ਜਿਵੇਂ ਕੜਾਮ ਨਗਰ ਦੇ ਅੰਦਰ, ਇੱਧਰ ਭੇਵੇ ਦੇ ਪਾਸ। ਸੋ ਉਹਨਾਂ ਟਿਕਾਣਿਆਂ ਦੇ ਆਬਾਦ ਰਹਿਣ ਦੇ ਲਈ ਇੱਕ ਬੇਨਤੀ ਕੀਤੀ ਹੈ। ਜਿਵੇਂ ਪੀਰ ਜੀਆਂ ਨੂੰ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਅੱਗੇ ਭਾਈ ਸੰਤੋਖ ਸਿੰਘ ਸਾਹਿਬ ਜੀ ਹੋਰਾਂ ਨੇ ਵਚਨ ਲਿਖੇ ਨੇ, ਹਿਰਦੈ ਕਾਮਨਾ ਗ੍ਰਹਿ ਹਮੇਸ਼ ਪੂਰੋ ਕਰਨਾ ਕਰੋ ਵਿਸ਼ੇਸ਼। ਪੀਰ ਜੀ ਕਹਿ ਰਹੇ ਸਨ, ਮਹਾਰਾਜ ਹਿਰਦੇ ਅੰਦਰ ਇਹ ਲਾਲਸਾ ਰਹਿੰਦੀ ਹੈ, ਇਹ ਇੱਛਾ ਰਹਿੰਦੀ ਹੈ ਕਿ ਸਮੇਂ ਸਮੇਂ ਆਪ ਜੀ ਦਾ ਦੀਦਾਰ ਹੁੰਦਾ ਰਵੇ, ਚਰਨ ਪਰਸਦੇ ਰਹੀਏ। ਆਪ ਕਿਰਪਾ ਕਰ ਦਿਓ ਕਿਆ ਇਹ ਜਿਹੜਾ ਸਮਾਂ ਹੈ ਸਫਲ ਹੋ ਜਾਏ, ਆਪ ਜੀ ਦਾ ਦਰਸ਼ਨ ਜਿਹੜਾ ਹੈ ਸਾਨੂੰ ਹੁੰਦਾ ਰਵੇ। ਸੁਨ ਸਤਿਗੁਰੂ ਸ਼੍ਰੀ ਮੁਖ ਗੁਰਾ ਉਚਾਰੀ। ਮਹਾਰਾਜ ਜੀ ਨੇ ਫਿਰ ਆਪਣੇ ਮੁਖ ਤੋਂ ਇਉਂ ਜਵਾਬ ਦਿੱਤਾ ਕਿ ਭਾਈ ਪੀਰ ਜੀ, ਚਿਰੰਕਾਲ ਰਹਿ ਦੇਗ ਤੁਮਾਰੀ। ਭਾਵੇਂ ਜਿਹੜਾ ਤੁਹਾਡਾ ਇਹ ਨਾਮ ਹੈ ਜਾਂ ਜਿਹੜੇ ਤੁਹਾਡੇ ਇਹ ਅਸਥਾਨ ਜਿਹੜੇ ਬਣੇ ਨੇ, ਅੱਗੇ ਤੁਸੀਂ ਜੋ ਅੱਲਾ ਦੇ ਨਾਮ ਤੇ ਬੰਦਗੀ ਕਰਕੇ ਆਪਣੀਆਂ ਮੁਰਸ਼ਿਦਾਂ ਨੂੰ ਉਸ ਆਪਣੇ ਧਰਮ ਨਾਲ ਜੋੜ ਰਹੇ ਹੋ, ਜੋ ਸੇਵਾ ਕਾਰਜ ਤੁਸਾਂ ਨੇ ਆਰੰਭ ਕੀਤੇ ਨੇ, ਚਿਰੰਕਾਲ ਲੰਬਾ ਸਮਾਂ ਚੱਲਦਾ ਰਹੇਗਾ। ਭਾਵ ਐਸੀ ਬਖਸ਼ਿਸ਼ ਦੇ ਦਿੱਤੀ ਹੈ ਪੀਰ ਜੀਆਂ ਨੂੰ ਕਿ ਤੁਹਾਡੇ ਕਾਰਜ ਜਿਹੜੇ ਹਨ ਇਹ ਕਦੀ ਨਹੀਂ ਰੁਕਣਗੇ। ਇਸੇ ਤਰ੍ਹਾਂ ਹੀ ਨਿਰੰਤਰ ਤੁਹਾਡਾ ਨਾਮ ਜਿਹੜਾ ਹੈ ਉਹ ਬਣਿਆ ਰਹੇਗਾ। ਜੋ ਤੇਰੇ ਟੁਕਰੇ ਕੋ ਖੋਵੈ। ਜੋ ਕੋਈ ਭਾਵ ਜੇ ਕਿਤੇ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਜ਼ਬਰਦਸਤੀ ਕਰਕੇ ਤੁਹਾਡੇ ਟੁਕੜੇ, ਭਾਵ ਜਿਸ ਸਥਾਨ ਤੇ ਤੁਸੀਂ ਵਸਦੇ ਹੋ, ਤੁਹਾਡੇ ਜਿਹੜੇ ਨਗਰ ਨੇ ਉਹਨਾਂ ਨੂੰ ਕੋਈ ਹਥਿਆਉਣ ਦਾ ਯਤਨ ਕਰੇਗਾ। ਕਿਉਂਕਿ ਪੀਰ ਜੀਆਂ ਨੇ ਸਤਿਗੁਰਾਂ ਨਾਲ ਇੱਕ ਬਚਨ ਕੀਤਾ ਸੀ, ਜਿਹੜਾ ਕਿ ਕੱਲ੍ਹ ਦੇ ਦੀਵਾਨ ਵਿੱਚ ਵਿਚਾਰ ਆਪ ਸੰਗਤ ਨਾਲ ਸਾਂਝੀ ਕੀਤੀ ਸੀ। ਪੀਰ ਜੀਆਂ ਨੇ ਕਿਹਾ ਸੀ, ਮਹਾਰਾਜ ਜੋ ਕੁਝ ਸਾਨੂੰ ਅੰਤਰਾਤਮੇ ਤੋਂ ਦਿਸ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਖਾਲਸੇ ਦੇ ਝੰਡੇ ਝੂਲਣੇ ਨੇ, ਇਹ ਤੁਰਕਾਂ ਦੇ ਰਾਜ ਨਾਸ਼ ਹੋਣ ਵਾਲੇ ਨੇ। ਤੇ ਮਹਾਰਾਜ ਨੇ ਕਿਹਾ ਸੀ, ਸੱਤ ਹੈ ਪੀਰ ਜੀ, ਇਹ ਸਭ ਕੁਝ ਵਰਤਣ ਵਾਲਾ ਹੈ, ਸਮਾਂ ਬਹੁਤ ਜਲਦੀ ਆਵੇਗਾ। ਉੱਥੇ ਫਿਰ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਿਵਾਸ ਸਤਿਗੁਰੂ, ਜਿਹੜੇ ਸਾਡੇ ਸਥਾਨ ਨੇ, ਕਿਤੇ ਤੁਰਕ ਜਾਣ ਕੇ ਤੁਹਾਡਾ ਖਾਲਸਾ ਇਹ ਤੇ ਨਾ ਨਾਸ ਕਰ ਦੇਗਾ। ਮਹਾਰਾਜ ਨੇ ਕਿਹਾ, ਨਹੀਂ, ਐਸਾ ਨਹੀਂ, ਤੁਹਾਡੇ ਸਥਾਨ, ਤੁਹਾਡੇ ਟੁਕੜੇ ਬਣੇ ਰਹਿਣਗੇ। ਸੋ ਇੱਥੇ ਫਿਰ ਬਖਸ਼ਿਸ਼ ਕਰ ਰਹੇ ਹਨ, ਜੋ ਤੇਰੇ ਟੁਕੜੇ ਕੋ ਖੋਵੈ। ਭਾਵ ਜੇ ਕਿਤੇ ਕੋਈ ਹੁਕਮਰਾਨ, ਕੋਈ ਐਸਾ ਕਿਸੇ ਪਾਸੇ ਤੋਂ ਚੜ੍ਹ ਕੇ ਤੁਹਾਡੇ ਨਗਰ ਉੱਪਰ, ਤੁਹਾਡੇ ਸਥਾਨ ਤੇ ਕੋਈ ਹਮਲਾ ਕਰਕੇ ਉਹਨੂੰ ਹਥਿਆਉਣ ਦਾ ਯਤਨ ਕਰੇਗਾ, ਖੋਇਓ ਜਾਏ ਸੋ ਨਹਿ ਥਿਰ ਹੋਵੈ। ਉਹਨੂੰ ਇਹਦਾ ਇਹ ਫਲ ਮਿਲੇਗਾ ਕਿ ਉਹਦਾ ਆਪਣਾ ਸਭ ਕੁਝ ਨਾਸ ਹੋ ਜਾਏਗਾ। ਭਾਵ ਜੇ ਕੋਈ ਵੀ ਰਿਆਸਤ ਜਾਂ ਕੋਈ ਵੀ ਰਾਜ ਦਾ ਮਾਲਕ ਤੁਹਾਡੇ ਸਥਾਨ ਨੂੰ ਖਤਮ ਕਰਨ ਦਾ ਯਤਨ ਕਰੇਗਾ ਤੇ ਉਹ ਆਪਣਾ ਸਭ ਕੁਝ ਗਵਾ ਬੈਠੇਗਾ ਜੀ। ਪੰਥ ਹਮਾਰੇ ਮਹਿ ਬਹੁ ਰਹਿ। ਪੰਥ ਹਮਾਰੇ, ਭਾਵ ਜਿਸ ਵਕਤ ਸਾਡਾ ਪੰਥ ਚੱਲੇਗਾ, ਖਾਲਸਾ ਰਾਜ ਆਏਗਾ, ਉਹਦੇ ਵਿੱਚ ਵੀ ਤੁਹਾਡਾ ਇਹ ਜਿਹੜਾ ਸਥਾਨ ਹੈ ਜਾਂ ਤੁਹਾਡਾ ਜਿਹੜਾ ਨਾਮ ਹੈ ਉਹ ਸਦੀਵ ਬਣਿਆ ਰਹੇਗਾ। ਆਪਨ ਮਨੋਰਥ ਪੂਰਨ ਲਹੈ। ਤੁਹਾਡੇ ਜਿਹੜੇ ਮਨੋਰਥ ਜੋ ਤੁਸੀਂ ਇੱਛਾ ਕਰ ਰਹੇ ਹੋ ਨਾ, ਇਹ ਅਸੀਂ ਨੇ ਪਹਿਲੇ ਹੀ ਪੂਰੇ ਕਰ ਦਿੱਤੇ ਹਨ। ਸਾਹੋ ਭਿਖ ਸੁਣ ਹਰਖਿਓ ਕਣੋ। ਜਿਸ ਵਕਤ ਪੀਰ ਭੀਖਮ ਸ਼ਾਹ ਜੀ ਹੋਰਾਂ ਨੇ ਮਹਾਰਾਜ ਜੀ ਕੇ ਇਹ ਬਚਨ ਸੁਣੇ, ਫਿਰ ਉਹ ਅਤਿਅੰਤ ਪ੍ਰਸੰਨ ਹੋਏ ਹਨ। ਜਾਚਿਓ ਜਿਮ ਤਿਮ ਹੀ ਸਭ ਪਣੋ। ਜਿਵੇਂ ਉਹਨਾਂ ਦੀ ਇੱਛਾ ਸੀ, ਜੋ ਜਾਚਨਾ ਉਹ ਕਰ ਰਹੇ ਸਨ, ਬਿਨਤੀ ਮਹਾਰਾਜ ਕੇ ਚਰਨਾਂ ਵਿੱਚ ਲੈ ਕੇ ਆਏ ਸਨ, ਉਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਹਨਾਂ ਨੂੰ ਨਿਵਾਜ ਦਿੱਤਾ ਹੈ। ਬਾਤਨ ਕਰਤ ਅੰਗ ਤੇ ਤੂਰ। ਬਾਤਨ ਕਰਤ ਅੰਗ ਤੇ ਤੂਰ। ਹੁਣ ਜਿਸ ਵਕਤ ਬਾਤਾਂ ਕਰ ਰਹੇ ਨੇ ਨਾ ਪੀਰ ਭੀਖਮ ਸ਼ਾਹ ਮਹਾਰਾਜ ਜੀ ਕੇ ਸੰਗ, ਨਾਲ ਹੀ ਪਿੱਛੇ ਆਪ ਸੰਗਤ ਨੇ ਸਰਵਣ ਕੀਤਾ, ਉਸ ਵਕਤ ਮਹਾਰਾਜ ਖੇਡ ਦੇ ਮੈਦਾਨ ਵਿੱਚ ਹਾਣੀਆਂ ਨਾਲ ਖਿੱਦੋ ਖੁੰਡੀ ਦੀ ਖੇਡ ਖੇਡ ਰਹੇ ਸਨ। ਸੋ ਮਹਾਰਾਜ ਜੀ ਕੇ ਜਿਹੜੇ ਵਸਤਰ ਨੇ ਜਾਂ ਅੰਗ ਨੇ, ਉਹਨਾਂ ਦੇ ਅੰਗਾਂ ਦੇ ਉੱਪਰ ਖੇਡ ਖੇਡਦਿਆਂ ਕੋਈ ਜਿਹੜੀ ਧੂੜ ਹੈ ਉਹ ਲੱਗੀ ਹੋਈ ਸੀ। ਜਿਵੇਂ ਪੀਰ ਜੀ ਮਹਾਰਾਜ ਜੀਆਂ ਤੋਂ ਬਖਸ਼ਿਸ਼ਾਂ ਲੈ ਰਹੇ ਨੇ, ਨਾਲ ਨਾਲੇ ਸੇਵਾ ਵੀ ਕਰ ਰਹੇ ਨੇ। ਮਹਾਰਾਜ ਜੀ ਕੇ ਅੰਗਾਂ ਤੋਂ, ਮਹਾਰਾਜ ਜੀ ਕੇ ਵਸਤਰਾਂ ਤੋਂ ਆਪਣੇ ਮੁਬਾਰਕ ਹੱਥਾਂ ਨਾਲ ਧੂੜ ਜਿਹੜੀ ਹੈ ਉਸ ਨੂੰ ਸਾਫ਼ ਕਰ ਰਹੇ ਸਨ। ਪਹੁੰਚਤ ਰਹਿਓ ਪ੍ਰੇਮ ਕਰ ਪੂਰ। ਬਹੁਤ ਹੀ ਪ੍ਰੇਮ ਵਿੱਚ ਆ ਕਰਕੇ, ਕਿਉਂਕਿ ਉਹ ਵੀ ਬੰਦਗੀ ਵਾਲੇ ਨੇ। ਇੱਧਰ ਪਾਵਨ ਮੂਰਤ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ,
ਸੋ ਪ੍ਰੇਮ ਵਿੱਚ ਆ ਕਰਕੇ ਨਾਲ ਤੇ ਮਹਾਰਾਜ ਜੀ ਕੇ ਤਨ ਦੀ ਸੇਵਾ ਕਰ ਰਹੇ ਨੇ ਤੇ ਨਾਲ ਹੀ ਮਹਾਰਾਜ ਜੀਆਂ ਤੋਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਸਨ। ਇਤਿਆਦਿਕ ਕੁਛ ਆਨ ਬਖਾਨਤ। ਇਸ ਵਿਧ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰਦੇ ਨੇ ਕੁਝ ਹੋਰ ਵੀ ਬਾਤਾਂ ਹੋਈਆਂ ਨੇ ਜਿਹੜੀਆਂ ਮਹਾਰਾਜ ਸੱਚੇ ਪਾਤਸ਼ਾਹ ਤੇ ਪੀਰ ਜੀਆਂ ਦੇ ਵਿਚਾਲੇ ਹੋਈਆਂ ਨੇ। ਕੁਝ ਹਵਾਲੇ ਉਹਨਾਂ ਨੇ ਲਿਖੇ ਨੇ ਲੇਕਿਨ ਕੁਝ ਹੋਰ ਵੀ ਬਾਤਾਂ ਹਨ। ਗੋਦ ਉਠਾਏ ਤਿਤ ਕੋ ਆਨਤ। ਹੁਣ ਪੀਰ ਜੀ ਹੋਰਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਆਪਣੀ ਬੁੱਕਲ ਵਿੱਚ ਗੋਦ ਵਿੱਚ ਚੱਕ ਲਿਆ, ਕਿਉਂਕਿ ਮਹਾਰਾਜ ਜੀ ਕੀ ਆਰਬਲਾ ਇੱਥੇ ਕੋਈ 9-10 ਵਰਿਆਂ ਦੇ ਲਗਭਗ ਹੈ ਤੇ ਪੀਰ ਜੀ ਉਮਰ ਕਰਕੇ ਬਿਰਧ ਨੇ। ਪਹਿਲੇ ਵੀ ਜਦੋਂ ਉਹਨਾਂ ਨੇ ਬਚਨ ਕਰਨੇ ਸਨ ਮਹਾਰਾਜ ਜੀ ਨੂੰ ਗੋਦ ਚੱਕ ਕੇ ਇਕਾਂਤ ਵਿੱਚ ਇੱਕ ਵਾਰ ਉਸ ਪਾਸੇ ਲੈ ਗਏ ਸਨ ਜਿੱਥੇ ਕੋਈ ਹੋਰ ਬਾਤ ਨਹੀਂ ਸੁਣ ਰਿਹਾ ਤੇ ਇਕਾਂਤ ਵਿੱਚ ਸਾਰੀ ਵਾਰਤਾਲਾਪ ਹੋ ਰਹੀ ਹੈ। ਹੁਣ ਬਚਨ ਕਰਨ ਤੋਂ ਉਪਰੰਤ ਬਖਸ਼ਿਸ਼ ਲੈਣ ਤੋਂ ਉਪਰੰਤ ਫਿਰ ਉਸੇ ਤਰ੍ਹਾਂ ਗੋਦ ਵਿੱਚ ਚੁੱਕ ਕਰਕੇ ਤੇ ਵਾਪਸ ਉਸ ਸਥਾਨ ਤੇ ਲਿਆ ਰਹੇ ਹਨ ਜਿਸ ਸਥਾਨ ਤੇ ਆਪਣੇ ਸਾਥੀਆਂ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਖੇਡ ਰਹੇ ਸਨ। ਹਾਥਣ ਸਾਥ ਪਲੋਸਤ ਚਰਨਨ। ਹਾਥ ਨਸਾਤ ਤੇ ਨਾਲ ਹੀ ਨਾ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਬਖਸ਼ਿਸ਼ਾਂ ਲੈਣ ਦੇ ਲਈ ਆਪਣਿਆਂ ਹੱਥਾਂ ਨਾਲ ਮਹਾਰਾਜ ਜੀ ਕੇ ਮੁਬਾਰਕ ਚਰਨ ਵੀ ਪਲੋਸਦੇ ਹਨ। ਜਨ ਕੇ ਹਰਨ ਜਨਮ ਅਰ ਮਰਨਨ। ਕਿਉਂਕਿ ਮਹਾਰਾਜ ਜੀ ਕੇ ਚਰਨਾਂ ਦੀ ਜਿਹੜੀ ਸੇਵਾ ਹੈ ਨਾ ਉਹਦਾ ਮਹਾਤਮ ਇਹ ਹੈ ਕਿ ਜੇ ਕੋਈ ਗੁਰਮੁਖ ਆਪਣਿਆਂ ਹੱਥਾਂ ਨਾਲ ਮਹਾਰਾਜ ਜੀ ਕੇ ਚਰਨ ਪਲੋਸਣ ਦੀ ਸੇਵਾ ਕਰਦਾ, ਚਰਨ ਪਖਾਰਨ ਦੀ ਸੇਵਾ ਕਰਦਾ ਤੇ ਮਹਾਰਾਜ ਤਰੁੱਟ ਕਰਕੇ ਆਪਣੇ ਸੇਵਕ ਦਾ ਜਨਮ ਮਰਨ ਹਰ ਲੈਂਦੇ ਹਨ। ਇਸ ਬਾਤ ਦਾ ਇਲਮ ਪੀਰ ਨੂੰ ਹੈ ਕਿ ਗੁਰੂ ਦੀ ਸੇਵਾ ਦਾ ਮਹਾਤਮ ਇਹ ਹੈ ਕਿ ਗੁਰੂ ਦੀ ਪ੍ਰੇਮ ਨਾਲ ਸੇਵਾ ਕੀਤਿਆਂ ਸੇਵਕਾਂ ਦੇ ਜਨ ਦੇ ਜਨਮ ਮਰਨ ਹਰੇ ਜਾਂਦੇ ਨੇ, ਖਤਮ ਹੋ ਜਾਂਦੇ ਹਨ। ਜਹ ਬਾਲਕ ਮਹਿ ਖੇਲਤ ਆਗੇ। ਹੁਣ ਜਿਸ ਸਥਾਨ ਤੇ ਮਹਾਰਾਜ ਪਹਿਲੇ ਆਪਣੇ ਸਾਥੀਆਂ ਦੇ ਨਾਲ ਮੈਦਾਨ ਦੇ ਅੰਦਰ ਖੇਡ ਰਹੇ ਸਨ ਤਹ ਥਾਂ ਗੋਦ ਉਤਾਰ ਸੋ ਪਾਗੇ। ਉਸ ਸਥਾਨ ਤੇ ਆ ਕਰਕੇ ਪੀਰ ਜੀ ਹੋਰਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਉਤਾਰਿਆ ਹੈ, ਭਾਵ ਜਿਵੇਂ ਚੁੱਕ ਕੇ ਲਿਆਏ ਸਨ ਨਾ ਕੁੱਛੜ ਦੇ ਅੰਦਰ, ਸੋ ਉਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਉਸੇ ਸਥਾਨ ਤੇ ਉਤਾਰਦੇ ਹਨ। ਕਦਮ ਪਦਮ ਕੋ ਸਿਜਦਾ ਕੀਨ। ਫਿਰ ਜਿਵੇਂ ਪਹਿਲੇ ਆਏ ਸਨ ਤੇ ਆਉਂਦਿਆਂ ਹੀ ਮਹਾਰਾਜ ਕੇ ਚਰਨਾਂ ਵਿੱਚ ਚਰਨ ਪਕੜ ਕੇ ਸਿਜਦਾ ਕੀਤਾ ਸੀ। ਹੁਣ ਸਾਰੀ ਵਾਰਤਾਲਾਪ ਹੋਣ ਤੋਂ ਉਪਰੰਤ ਬਖਸ਼ਿਸ਼ ਕਰਨ ਤੋਂ ਉਪਰੰਤ ਪੀਰ ਜੀ ਹੋਰਾਂ ਨੇ ਇੱਕ ਵਾਰ ਫਿਰ ਮਹਾਰਾਜ ਕੇ ਚਰਨਾਂ ਵਿੱਚ ਆਪਣਾ ਸੀਸ ਰੱਖਿਆ ਹੈ, ਮੱਥਾ ਟੇਕਿਆ, ਸਿਜਦਾ ਕੀਤਾ ਹੈ ਜੀ। ਹਿਰਦੇ ਧਿਆਨ ਸੋਈ ਤਰ ਲੀਨ। ਤੇ ਮਹਾਰਾਜ ਕੀ ਪਾਵਨ ਮੂਰਤ ਨੂੰ ਵੇਖ ਕਰਕੇ ਆਪਣੇ ਹਿਰਦੇ ਵਿੱਚ ਵਸਾ ਲਿਆ, ਕਿਉਂਕਿ ਪੀਰ ਜੀ ਦਾ ਤਾਂ ਪਹਿਲਾਂ ਹੀ ਬੜਾ ਇਹ ਖਿਆਲ ਮਹਾਰਾਜ ਕੇ ਚਰਨਾਂ ਵਿੱਚ ਜੁੜਿਆ ਹੋਇਆ ਹੈ। ਜਿਸ ਵਕਤ ਮਹਾਰਾਜ ਪ੍ਰਗਟੇ ਨੇ ਪੀਰ ਜੀ ਦਰਸ਼ਨ ਕਰਨ ਦੇ ਲਈ ਪਟਨਾ ਸਾਹਿਬ ਪਹੁੰਚ ਗਏ ਸਨ। ਸੋ ਉਹੀ ਮੂਰਤ ਜਿਹੜੀ ਮੂਰਤ ਹੁਣ ਸਾਖਿਆਤ ਰੂਪ ਵਿੱਚ ਵੇਖ ਰਹੇ ਨੇ, ਉਸ ਮੂਰਤ ਦਾ ਜਿਹੜਾ ਚਿੱਤਰਣ ਹੈ ਉਹ ਕਹਿ ਲਈਏ ਮੂਰਤ ਜਿਹੜੀ ਹੈ ਉਸ ਨੂੰ ਹਿਰਦੇ ਵਿੱਚ ਵਸਾ ਲਿਆ ਹੈ। ਗਮਨਿਓ ਬਾਹੁਰ ਆਪਨੇ ਥਾਨ। ਫਿਰ ਇਸ ਤੋਂ ਬਾਅਦ ਪੀਰ ਜੀ ਮਹਾਰਾਜ ਜੀਆਂ ਤੋਂ ਇਜਾਜ਼ਤ ਲੈ ਕਰਕੇ ਵਾਪਸ ਆਪਣੇ ਟਿਕਾਣੇ ਵੱਲ ਨੂੰ ਚੱਲ ਪਏ ਹਨ। ਮਨ ਹੀ ਮਨ ਆਨੰਦ ਮਹਾਨ। ਮਨ ਹੀ ਮਨ ਆਨੰਦ ਮਹਾਨ, ਮਨ ਕਰਕੇ ਬੜੇ ਆਨੰਦਿਤ ਹਨ, ਬੜੇ ਪ੍ਰਸੰਨ ਹਨ, ਕਿਉਂਕਿ ਕੁਦਰਤੀ ਅੱਜ ਇਸ ਇਲਾਕੇ ਦੇ ਅੰਦਰ ਵਿਚਰਦਿਆਂ ਮਹਾਰਾਜ ਜੀ ਕੇ ਸੰਗ ਭੇਟ ਹੋ ਗਈ, ਦਰਸ਼ਨ ਹੋ ਗਏ, ਮੁਬਾਰਕ ਬਚਨ ਸਾਂਝੇ ਹੋ ਗਏ, ਬਖਸ਼ਿਸ਼ ਮਿਲ ਗਈ, ਆਨੰਦ ਤੇ ਹੋਣਾ ਹੀ ਹੈ। ਸੋ ਬਹੁਤ ਆਨੰਦਿਤ ਹਨ ਜੀ। ਮੀਰ ਦੀਨ ਜੋ ਪੀਰ ਵਿਸਾਲਾ। ਤੇ ਨਾਲ ਜਿਹੜੇ ਦੂਸਰੇ ਪੀਰ ਹਨ ਜਿਹਦਾ ਨਾਮ ਭਾਈ ਸਾਹਿਬ ਜੀ ਹੋਰਾਂ ਨੇ ਮੀਰ ਦੀਨ ਕਰਕੇ ਲਿਖਿਆ ਹੈ, ਜਿਹੜਾ ਕਿ ਇੱਕ ਆਪਣੇ ਆਪ ਦੇ ਵਿੱਚ ਵੱਡੀ ਮਹਾਨਤਾ ਰੱਖਣ ਵਾਲਾ ਪੀਰ ਹੈ, ਉਹ ਵੀ ਇਹਨਾਂ ਨਾਲ ਇਸ ਪਾਸੇ ਵੱਲ ਨੂੰ ਜਾ ਰਿਹਾ ਸੀ ਜਿੱਥੋਂ ਪਤਾ ਲੱਗਿਆ ਇਹਨਾਂ ਨੂੰ ਪਿੱਛੇ ਸਾਰਾ ਵਰਤਾਂਤ ਆਇਆ ਸੀ। ਸੋ ਉਹ ਪੀਰ ਭੀਖਮ ਸ਼ਾਹ ਜੀ ਹੋਰਾਂ ਦੇ ਨਾਲ ਜਿਹੜੇ ਵੱਡੇ ਪੀਰ ਮੀਰ ਦੀਨ ਜੀ ਚੱਲ ਰਹੇ ਹਨ। ਰਹਿਓ ਨਿਹਾਰਤ ਥਿਰ ਤਿਸ ਕਾਲਾ। ਉਹਨਾਂ ਨੇ ਵੀ ਮਹਾਰਾਜ ਜੀ ਕੇ ਪਾਸ ਆ ਕਰਕੇ ਅੱਜ ਦਰਸ਼ਨ ਕੀਤੇ ਨੇ ਤੇ ਜਿਸ ਵਿਧ ਪੀਰ ਭੀਖਮ ਸ਼ਾਹ ਜੀ ਹੋਰਾਂ ਨੇ ਮਹਾਰਾਜ ਜੀ ਕੇ ਦਰਸ਼ਨ ਕੀਤੇ, ਅਸੀਸਾਂ ਲਈਆਂ, ਕਦਮ ਫਰੋਜ਼ੀ ਕੀਤੀ, ਉਸੇ ਵਿਧ ਉਹ ਸਭ ਕੁਝ ਮੀਰ ਦੀਨ ਜੀ ਆਪਣੇ ਨੇਤਰਾਂ ਨਾਲ ਉਹ ਨਜ਼ਾਰਾ ਵੇਖ ਰਹੇ ਸਨ। ਹਿਰਦੈ ਸੰਦੇਹ ਬਿਲੰਦ ਉਠਾਵਾ। ਲੇਕਿਨ ਨਾ ਜਿਹੜੇ ਮੀਰ ਦੀਨ ਜੀ ਪੀਰ ਜੀ ਹਨ ਹੈ ਤੇ ਉਹ ਵੀ ਬਹੁਤ ਬੰਦਗੀ ਵਾਲੇ, ਜਿਨ੍ਹਾਂ ਨੂੰ ਮਹਾਰਾਜ ਜੀ ਕੇ ਦਰਸ਼ਨ ਹੋਏ
ਲੇਕਿਨ ਉਹਨਾਂ ਦੇ ਹਿਰਦੇ ਵਿੱਚ ਇਹ ਸਭ ਕੁਝ ਵੇਖ ਕਰਕੇ ਇੱਕ ਸੰਸਾ ਪੈਦਾ ਹੋ ਗਿਆ। ਉਹ ਸੰਸਾ ਕੀ ਹੈ? ਉਹਦਾ ਹੁਣ ਨਿਵਾਰਨ ਪੀਰ ਭੀਖਮ ਸ਼ਾਹ ਜੀਆਂ ਦੇ ਨਾਲ ਵਾਰਤਾਲਾਪ ਕਰਕੇ ਹੋਵੇਗਾ। ਇਸ ਕਰਕੇ ਭਾਈ ਸਾਹਿਬ ਜੀ ਲਿਖਦੇ ਹਨ ਵੀ ਉਹਨਾਂ ਦੇ ਹਿਰਦੇ ਵਿੱਚ ਇੱਕ ਸੰਸਾ ਆਇਆ ਹੈ। ਕਹਾਂ ਪੀਰ ਮਤ ਤੇ ਬਬਰਾਵਾ। ਕਹਿਣ ਲੱਗੇ ਪੀਰ ਜੀ, ਪੀਰ ਭੀਖਮ ਸ਼ਾਹ ਜੀ ਹੋਰਾਂ ਨੂੰ ਵੇਖ ਕਰਕੇ ਉਹਨਾਂ ਨਾਲ ਵਿਚਾਰ ਕਰ ਰਹੇ ਨੇ ਜਾਂ ਸੰਸੇ ਨੂੰ ਪ੍ਰਗਟ ਕਰ ਰਹੇ ਨੇ। ਕਹਿ ਰਹੇ ਹਨ ਵੀ ਤੁਸੀਂ ਮਤ ਕਰਕੇ ਮੈਨੂੰ ਲੱਗਦਾ ਹੈ ਵੀ ਥੋੜਾ ਜਿਹਾ ਭਟਕ ਗਏ ਹੋ। ਅਸਮੰਜਸ ਜਸ ਜਿਸਨੇ ਕੀਨ। ਅਸਮੰਜਸ ਭਾਵ ਐਸਾ ਪਹਿਲਾਂ ਕਦੇ ਸਾਡਿਆਂ ਫਿਰਕਿਆਂ ਅੰਦਰ, ਸਾਡੇ ਧਰਮ ਅੰਦਰ ਜਾਂ ਸਾਡੇ ਜਿਤਨੇ ਵੀ ਵੱਡੇ ਪੀਰ ਆਦਿਕ ਹੋਏ ਹਨ, ਸਾਡੇ ਇਸਲਾਮ ਅੰਦਰ ਕਹਿ ਲਈਏ, ਪਹਿਲੇ ਕਿਸੇ ਨੇ ਕੀਤਾ ਜਿਵੇਂ ਅੱਜ ਆਪ ਜੀਆਂ ਨੇ ਕੀਤਾ ਹੈ। ਤੇ ਜੋ ਕੁਝ ਮੈਂ ਆਪਣੇ ਨੇਤਰਾਂ ਨਾਲ ਵੇਖਿਆ ਹੈ ਜੀ, ਨਹੀਂ ਤੁਰਕ ਸਹਿ ਸਕੈ ਪਰਵੀਨ। ਤੇ ਖਾਸ ਕਰਕੇ ਜਿਹੜਾ ਸਾਡਾ ਮਤ ਹੈ ਤੁਰਕ ਮਤ, ਇਸਲਾਮ ਮਤ, ਉਹਦੇ ਵਿੱਚ ਇਹ ਜਿਹੜੀ ਬਾਤ ਹੈ ਇਹ ਸਹਿਣ ਯੋਗ ਵੀ ਨਹੀਂ ਹੈ ਕਿ ਕੋਈ ਇੰਨਾ ਵੱਡਾ ਪੀਰ ਹੋ ਕਰਕੇ ਤੇ ਇਸ ਢੰਗ ਨਾਲ ਵਿਚਰੇ। ਇਹ ਹੈ ਵੀ ਥੋੜਾ ਜਿਹਾ ਬਰਦਾਸ਼ਤ ਕਰਨਾ ਵੀ ਕਠਿਨ ਹੈ। ਲੇਕਿਨ ਉਹਨਾਂ ਵੇਖਿਆ, ਉਹ ਵੀ ਪੀਰ ਸਨ, ਅੰਦਰ ਦੀ ਬੰਦਗੀ ਵਾਲੇ ਸਨ, ਉਹ ਸਭ ਕੁਝ ਵੇਖਦੇ ਰਹੇ ਤੇ ਹੁਣ ਬੜੇ ਠਰਮੇ ਨਾਲ ਪੀਰ ਭੀਖਮ ਸ਼ਾਹ ਜੀ ਹੋਰਾਂ ਨਾਲ ਵਾਰਤਾਲਾਪ ਕਰਕੇ ਬਾਤ ਪੁੱਛ ਰਹੇ ਹਨ। ਮਿਲ ਜਬ ਚਲਿਓ ਪੰਥ ਮਹਿ ਕਹਿਓ। ਮਿਲ ਜਬ ਭਾਵ ਜਿਸ ਵਕਤ ਆਪਾਂ ਦੋਨੋਂ ਇਕੱਠੇ ਹੋ ਕੇ ਇਸ ਪਾਸੇ ਵੱਲ ਨੂੰ ਤੁਰੇ ਸੀਗੇ ਤੇ ਉਸ ਵਕਤ ਵੀ ਮੈਂ ਤੁਹਾਡੇ ਨਾਲ ਇਹ ਵਿਚਾਰ ਸਾਂਝੀ ਕੀਤੀ ਹੈ ਜੀ। ਸੁਨੋ ਪੀਰ ਤੁਮ ਕੋ ਵੱਡ ਲਹਿਓ। ਕਿਹਾ ਸੀ ਕਿ ਪੀਰ ਜੀ ਸੁਣੋ, ਪੀਰ ਭੀਖਮ ਸ਼ਾਹ ਜੀਆਂ ਨੂੰ ਕਹਿ ਰਹੇ ਨੇ ਪੀਰ ਦੀਨ ਜੀ ਕਿ ਤੁਹਾਡੇ ਤੋਂ ਵੱਡੇ ਹੋਰ ਕੋਈ ਨਹੀਂ ਨੇ ਇਸ ਵਕਤ। ਕਿਉਂਕਿ ਇਹ ਜਿਹੜੇ ਦੂਸਰੇ ਪੀਰ ਜੀ ਹਨ, ਇਹ ਪੀਰ ਭੀਖਮ ਸ਼ਾਹ ਜੀ ਹੋਰਾਂ ਨੂੰ ਆਪਣੇ ਤੋਂ ਵੱਡਾ ਮੁਰਸ਼ਿਦ ਜਾਣਦੇ ਨੇ ਤੇ ਉਹਨਾਂ ਦੀ ਬੰਦਗੀ ਵੀ ਬਹੁਤ ਬਾਕਮਾਲ ਹੈ। ਬੜਾ ਵੱਡਾ ਉਹਨਾਂ ਦਾ ਇਉਂ ਕਹਿ ਲਈਏ ਆਪਣੇ ਆਪ ਦੇ ਵਿੱਚ ਤਪ ਹੈ। ਸੋ ਇਸ ਕਰਕੇ ਪੀਰ ਦੀਨ ਜੀ ਜਿਹੜੇ ਹਨ, ਪੀਰ ਭੀਖਮ ਸ਼ਾਹ ਜੀ ਹੋਰਾਂ ਨੂੰ ਆਪਣਾ ਮੁਰਸ਼ਿਦ ਜਾਣਦੇ ਨੇ, ਵੱਡਾ ਜਾਣਦੇ ਹਨ। ਸਿਜਦਾ ਕਰਤ ਸਰਬ ਤੁਕਰਾਨਾ। ਤੇ ਨਾਲ ਹੀ ਨਾ ਪੀਰ ਦੀਨ ਜੀ ਕਹਿੰਦੇ ਹਨ ਕਿ ਪੀਰ ਭੀਖਮ ਸ਼ਾਹ ਜੀ, ਇਹ ਵੀ ਮੈਨੂੰ ਪਤਾ ਹੈ ਵੀ ਸਾਰਾ ਤੁਰਕਾਨਾ, ਜਿਤਨੇ ਵੀ ਸਾਡੇ ਮਜ਼ਹਬ ਦੇ ਮਨੁੱਖ ਹਨ, ਤੁਰਕ ਇਸਲਾਮੀ ਜਿੰਨੇ ਵੀ ਹਨ, ਸਭ ਆਪ ਜੀਆਂ ਨੂੰ ਖੁਦਾ ਦਾ ਰੂਪ ਜਾਣ ਕੇ ਸਿਜਦਾ ਕਰਦੇ ਨੇ। ਇਹਦਾ ਮਤਲਬ ਹੈ ਵੀ ਸਾਰੇ ਦੇ ਸਾਰੇ ਆਪ ਜੀਆਂ ਨੂੰ ਵੱਡਾ ਮੰਨਦੇ ਹਨ। ਭਾਵੇਂ ਕੋਈ ਰਾਜਨੀਤਿਕ ਹੈ, ਸਮਾਜਿਕ ਹੈ, ਆਮ ਮਨੁੱਖ ਹੈ ਜਾਂ ਕੋਈ ਬੰਦਗੀ ਕਰਨ ਵਾਲਾ ਪੀਰ ਫਕੀਰ ਹੈ, ਸਾਰਿਆਂ ਦੇ ਅੰਦਰ ਪੀਰ ਭੀਖਮ ਸ਼ਾਹ ਜੀ ਹੋਰਾਂ ਦਾ ਬਹੁਤ ਵੱਡਾ ਰੁਤਬਾ ਹੈ ਜੀ। ਜਾਨੈ ਅਜਮਤ ਬਾਨ ਮਹਾਨਾ। ਕਹਿਣ ਲੱਗੇ ਤੁਹਾਨੂੰ ਤੇ ਬੜੀ ਅਜ਼ਮਤ ਵਾਲਾ ਮੰਨਦੇ ਨੇ, ਤੁਹਾਨੂੰ ਤੇ ਬਹੁਤ ਵੱਡਾ ਪੁਰਖ ਮੰਨਦੇ ਨੇ, ਕਿਉਂਕਿ ਜਿੰਨੀਆਂ ਕੋ ਬਖਸ਼ਿਸ਼ਾਂ ਤੁਹਾਡੇ ਅੰਦਰ ਹਨ ਬੰਦਗੀ ਕਰਕੇ, ਸੋ ਹਰ ਕੋਈ ਇਸਲਾਮ ਜਗਤ ਦਾ ਮਨੁੱਖ ਆਪ ਜੀਆਂ ਨੂੰ ਬਹੁਤ ਵੱਡਾ ਪੁਰਖ ਮੰਨਦਾ ਹੈ ਜੀ। ਕਹਾਂ ਕਰਿਓ ਅਬ ਹਿੰਦੂ ਬਾਲਕ। ਲੇਕਿਨ ਸੰਸਾ ਇਸ ਗੱਲ ਦਾ ਹੈ, ਮੀਰ ਦੀਨ ਜੀ ਕਹਿਣ ਲੱਗੇ ਸਾਡੇ ਲਈ ਸੰਸਾ ਇਸ ਗੱਲ ਦਾ ਹੈ ਕਿ ਅੱਜ ਆਪ ਜੀਆਂ ਨੇ ਇੱਕ ਅਨਮਤ ਵਾਲੇ, ਇੱਕ ਹੋਰ ਧਰਮ ਵਾਲੇ ਛੋਟੇ ਬੱਚੇ ਦੇ ਸਨਮੁਖ ਹੋ ਕਰਕੇ ਆਹ ਕੀ ਕੁਝ ਕੀਤਾ ਹੈ, ਇਹ ਗੱਲ ਸਮਝ ਵਿੱਚ ਨਹੀਂ ਆਈ। ਮੀਰ ਦੀਨ ਜੀ ਕਹਿਣ ਲੱਗੇ ਜੋ ਜਿਸ ਵਿਦ ਆਪ ਨੇ ਕੀਤਾ, ਭਾਵੇਂ ਕਿ ਉਸ ਮੈਦਾਨ ਵਿੱਚ ਨਾਲ ਖੜੇ ਸਨ, ਦਰਸ਼ਨ ਉਹਨਾਂ ਵੀ ਕੀਤਾ, ਲੇਕਿਨ ਜਿਵੇਂ ਪੀਰ ਭੀਖਮ ਸ਼ਾਹ ਜੀ ਮਹਾਰਾਜ ਜੀਆਂ ਨੂੰ ਗੋਦ ਲੈ ਕਰਕੇ ਤੇ ਕਿਤੇ ਪਾਸੇ ਗਏ ਚਲੇ, ਉੱਥੇ ਫਿਰ ਵਾਰਤਾਲਾਪ ਹੁੰਦੀ ਰਹੀ, ਉੱਥੇ ਫਿਰ ਮਹਾਰਾਜ ਜੀ ਕੇ ਚਰਨ ਪਰਸੇ, ਫਿਰ ਉਸੇ ਤਰ੍ਹਾਂ ਬੜੇ ਅਦਬ ਸਹਿਤ ਆਏ, ਮੱਥਾ ਟੇਕਿਆ, ਮਹਾਰਾਜ ਜੀਆਂ ਤੋਂ ਅਸੀਸ ਲਈ। ਉਹ ਸਭ ਕੁਝ ਵੇਖ ਕੇ ਉਹਨਾਂ ਦੇ ਹਿਰਦੇ ਵਿੱਚ ਇੱਕ ਸ਼ੰਕਾ ਆਇਆ ਤੇ ਮੀਰ ਦੀਨ ਜੀ ਕਹਿਣ ਲੱਗੇ ਵੀ ਇਹ ਸਮਝ ਨਹੀਂ ਆਈ, ਅਨਮਤ ਵਾਲੇ ਇੱਕ ਛੋਟੇ ਜਿਹੇ ਬਾਲਕ ਤੇ ਜਿਨ੍ਹਾਂ ਦੇ ਸਾਹਮਣੇ ਏਡੇ ਉੱਚੇ ਰੁਤਬੇ ਵਾਲੇ ਪੀਰ ਜੀ ਐਵੇਂ ਝੁਕ ਕਰਕੇ ਸਲਾਮ ਕਰਨ, ਜਿਨ੍ਹਾਂ ਨੂੰ ਸਾਰਾ ਇਸਲਾਮ ਜਗਤ ਸਲਾਮ ਕਰਦਾ। ਮੇਰੇ ਲਈ ਇਹ ਵਿਚਾਰ ਵਾਲੀ ਬਾਤ ਹੈ, ਕਿਉਂਕਿ ਮੈਨੂੰ ਇਸ ਬਾਤ ਦੀ ਕੋਈ ਸਮਝ ਨਹੀਂ ਪਈ ਹੈ ਵੀ ਇਹ ਤੁਸਾਂ ਨੇ ਕੀ ਕੀਤਾ ਹੈ ਜੀ। ਹੇਰਤ ਚਰਨ ਪਰਿਓ ਤਤਕਾਲਕ। ਕਿਉਂਕਿ ਅਸੀਂ ਵੇਖ ਰਹੇ ਸਾਂ ਜਿਵੇਂ ਹੀ ਆਪ ਜੀਆਂ ਨੂੰ ਮਹਾਰਾਜ ਜੀ ਕੇ ਦਰਸ਼ਨ ਹੋਏ, ਕਿਉਂਕਿ ਉਹ ਤੇ ਮਹਾਰਾਜ ਜੀਆਂ ਨੂੰ ਅਜੇ ਕੇਵਲ ਬੱਚੇ ਦੇ ਰੂਪ ਵਿੱਚ, ਆਮ ਮਨੁੱਖ ਦੇ ਰੂਪ ਵਿੱਚ ਦੇਖ ਰਹੇ ਨੇ, ਤੇ ਪੀਰ ਜੀ ਮਹਾਰਾਜ ਸੱਚੇ ਪੀਰ ਭੀਖਮ ਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਪੂਰਨ ਪੁਰਖ ਦੇ ਰੂਪ ਵਿੱਚ ਵੇਖਦੇ ਨੇ। ਸੋ ਉਹ ਕਹਿ ਰਹੇ ਹਨ ਮੀਰ ਦੀਨ ਜੀ ਕਿ ਆਪ ਜੀਆਂ ਨੂੰ ਅਸੀਂ ਵੇਖ ਰਹੇ ਸੀ, ਜਿਸ ਵਕਤ ਆਪ ਜੀਆਂ ਨੂੰ ਮਹਾਰਾਜ ਜੀ ਕੇ ਦਰਸ਼ਨ ਹੋਏ, ਆਪ ਵੇਖਦਿਆਂ ਹੀ ਉਹਨਾਂ ਦੇ ਚਰਨਾਂ ਵਿੱਚ ਝੁਕ ਗਏ।
ਹੀਰਤ ਚਰਨ ਪਰਿਓ ਕਬਾਲਕ, ਭਾਵ ਆਪ ਸਾਡੇ ਦੇਖਦਿਆਂ ਹੀ ਉਹਨਾਂ ਦੇ ਚਰਨਾਂ ਵਿੱਚ ਝੁਕ ਗਏ। ਝੁਕਣ ਦਾ ਕਾਰਨ ਕੀ ਹੈ ਜੀ? ਤੁਰਕ ਜਨਮ ਤੁਮ ਬੈਸ ਵਡੇਰੀ। ਕਿਉਂਕਿ ਇਸਲਾਮ ਧਰਮ ਕਰਕੇ ਆਪ ਇਸਲਾਮੀ ਹੋ, ਤੇ ਇਸ ਵਕਤ ਆਪ ਜੀ ਕੀ ਆਰਬਲਾ ਆਯੂ ਵੈ ਜਿਹੜੀ ਹੈ ਉਹ ਵੀ ਬਹੁਤ ਵੱਡੀ ਹੈ, ਭਾਵ ਬਜ਼ੁਰਗਤਾਈ ਦੇ ਅੰਦਰ ਹੋ ਜੀ। ਲਖੀ ਨ ਮਨਤਾ ਹੈ ਵੱਡ ਮੇਰੀ। ਤੇ ਤੁਸੀਂ ਇਹ ਵੀ ਨਹੀਂ ਜਾਣਿਆ ਵੀ ਇਸ ਵਕਤ ਆਪਣੇ ਮਜ਼ਹਬ ਅੰਦਰ, ਆਪਣੇ ਦੀਨ ਅੰਦਰ ਤੁਹਾਡੀ ਬਹੁਤ ਵੱਡੀ ਮਹਾਨਤਾ ਹੈ, ਬਹੁਤ ਉੱਚਾ ਰੁਤਬਾ ਹੈ ਤੁਹਾਡਾ। ਤੇ ਜਿਤਨਾ ਉੱਚਾ ਰੁਤਬਾ ਹੋਵੇ ਉਹ ਆਪਾਂ ਇਹ ਵੀ ਇੱਕ ਵੇਖਦੇ ਹਾਂ, ਮਨੁੱਖ ਦੇ ਅੰਦਰ ਦੀ ਇੱਕ ਫਿਤਰਤ ਹੈ ਜਾਂ ਖਾਸ ਕਰਕੇ ਇੱਕ ਨੇਮ ਹੀ ਹੈ ਵੀ ਜਿੰਨਾ ਵੱਡਾ ਕਿਸੇ ਧਰਮ ਦੇ ਵਿੱਚ ਕਿਸੇ ਮਨੁੱਖ ਦਾ ਰੁਤਬਾ ਹੁੰਦਾ ਓਨਾ ਹੀ ਉਸ ਨੂੰ ਵਿਚਾਰ ਕੇ ਕਰਮ ਕਰਨਾ ਪੈਂਦਾ। ਕਿਉਂਕਿ ਜੇ ਵੱਡਾ ਕੋਈ ਧਰਮ ਦੇ ਖੇਤਰ ਵਿੱਚ ਰੁਤਬਾ ਰੱਖਣ ਵਾਲਾ ਕੋਈ ਇਹਦਾ ਅਨਮਿਥਿਆ ਕਰਮ ਕਰ ਦੇਵੇ ਨਾ, ਤੇ ਕਈ ਵਾਰ ਉਹ ਫਿਰ ਉਸ ਸਾਰੇ ਧਰਮ ਦੇ ਮਨੁੱਖਾਂ ਦੇ ਲਈ ਖਤਰਨਾਕ ਸਿੱਧ ਹੋ ਜਾਂਦਾ ਹੈ। ਫਿਰ ਸਾਰੇ ਧਰਮ ਦੇ ਮਨੁੱਖ ਉਸੇ ਤਰ੍ਹਾਂ ਕਰਨ ਲੱਗ ਜਾਂਦੇ। ਇਸ ਲਈ ਵੱਡਿਆਂ ਰੁਤਬਿਆਂ ਵਾਲੇ ਜਿਹੜੇ ਖਾਸ ਕਰਕੇ ਧਾਰਮਿਕ ਪੁਰਖ ਨੇ ਨਾ, ਉਹਨਾਂ ਦੇ ਇੱਕ ਨੇਮ ਨੇ ਵੀ ਉਹ ਜੋ ਵੀ ਕਰਮ ਕਰਨ ਬੜਾ ਵਿਚਾਰ ਕੇ, ਸੋਚ ਕੇ, ਬਹੁਤ ਡੂੰਘਾਈ ਨਾਲ ਉਹਦੇ ਉੱਪਰ ਵਿਚਾਰ ਕਰਕੇ ਫਿਰ ਉਸ ਕਰਮ ਨੂੰ ਅੰਜਾਮ ਦੇਣ। ਇੱਦਾਂ ਨਹੀਂ ਅਣਮਿੱਥਿਆ ਕਰਮ ਅਗਰ ਉਹਨਾਂ ਨੇ ਕੋਈ ਇੱਕ ਵੀ ਕਰ ਦਿੱਤਾ ਤੇ ਉਹ ਫਿਰ ਜਿਹੜੀ ਜਿਤਨੀ ਲੋਕਾਈ ਵੇਖਣ ਵਾਲੇ, ਜਿੰਨੇ ਉਹਨਾਂ ਦੇ ਅੱਗੇ ਮੁਰਸ਼ਿਦ ਨੇ ਜਾਂ ਆਮ ਉਸ ਧਰਮ ਦੇ ਜਿਤਨੇ ਵੀ ਉਪਾਸਕ ਨੇ, ਸਾਰੇ ਆਪਣੇ ਪੀਰ ਵੱਲ ਵੇਖ ਕਰਕੇ ਤੇ ਉਹ ਸਭ ਕੁਝ ਕਰਨਗੇ। ਇਸ ਲਈ ਪੀਰ ਮੀਰ ਦੀਨ ਜੀ ਕਹਿਣ ਲੱਗੇ ਕਿ ਭੀਖਮ ਸ਼ਾਹ ਜੀ, ਤੁਸੀਂ ਸਾਡੇ ਲਈ ਅਤੀ ਸਤਿਕਾਰਯੋਗ ਹੋ, ਅਸੀਂ ਸਾਰੇ ਤੁਹਾਡੇ ਮੁਰਸ਼ਿਦ ਹਾਂ, ਤੇ ਸਾਰਾ ਇਸਲਾਮੀ ਜਗਤ ਤੁਹਾਨੂੰ ਬਹੁਤ ਵੱਡੇ ਪੁਰਖ ਮੰਨਦਾ ਹੈ, ਬੜਾ ਵੱਡਾ ਤੁਹਾਡਾ ਰੁਤਬਾ ਹੈ ਇਸਲਾਮ ਜਗਤ ਵਿੱਚ। ਲੇਕਿਨ ਜੋ ਕੁਝ ਅੱਜ ਤੁਸੀਂ ਨੇ ਕੀਤਾ ਹੈ ਇਹਦੇ ਨਾਲ ਸਾਡਾ ਅੰਦਰ ਸ਼ੰਕਤ ਹੋ ਗਿਆ। ਤੁਸੀਂ ਇੱਕ ਅਨਮਤ ਵਾਲੇ ਛੋਟੇ ਜਿਹੇ ਬਾਲਕ ਦੇ ਅੱਗੇ ਆਪਣੀ ਆਯੂ ਦੀ ਵੀ ਨਾ ਪਰਵਾਹ ਕਰਦਿਆਂ ਹੋਇਆਂ, ਆਪਣਾ ਰੁਤਬਾ ਵੀ ਨਾ ਪਰਵਾਹ ਵੇਖਦਿਆਂ ਹੋਇਆਂ ਉਹਨਾਂ ਦੇ ਅੱਗੇ ਸੀਸ ਝੁਕਾ ਦਿੱਤਾ ਹੈ ਜੀ। ਸਾਹੋ ਭਿਖ ਸੁਣ ਉਤਰ ਦੀਨਾ। ਫਿਰ ਜਿਹੜੇ ਪੀਰ ਭੀਖਮ ਸ਼ਾਹ ਜੀ ਸੁਣ ਰਹੇ ਸਨ ਮੀਰ ਦੀਨ ਜੀ ਕੀ ਬਾਤ, ਉਹਨਾਂ ਨੇ ਫਿਰ ਅੱਗੋਂ ਇਉਂ ਇਸ ਬਾਤ ਦਾ ਉੱਤਰ ਜਿਹੜਾ ਹੈ ਉਹ ਦਿੱਤਾ ਹੈ ਜੀ। ਤੁਮਨੇ ਨਹੀਂ ਪੇਬ ਕੁਛ ਚੀਨਾ। ਤੇ ਪੀਰ ਭੀਖਮ ਸ਼ਾਹ ਜੀ ਕਹਿਣ ਲੱਗੇ ਕਿ ਅਸਲ ਵਿੱਚ ਮੀਰ ਦੀਨ ਜੀ, ਤੁਸਾਂ ਨੇ ਇਸ ਭੇਤ ਨੂੰ ਅਜੇ ਤੱਕ ਜਾਣਿਆ ਨਹੀਂ ਹੈ। ਅਸੀਂ ਇਹ ਸਿਜਦਾ ਕਿਉਂ ਕੀਤਾ, ਤੁਸਾਂ ਇਸ ਭੇਤ ਤੋਂ ਅਜੇ ਵਾਕਿਫ ਨਹੀਂ ਹੋ ਜੀ। ਸ੍ਰੀ ਨਾਨਕ ਗਾਦੀ ਪਰ ਜੋਏ। ਕਿਉਂਕਿ ਜਿਨ੍ਹਾਂ ਨੂੰ ਅਸੀਂ ਹੁਣ ਸਿਜਦਾ ਕਰਕੇ ਆਏ ਹਾਂ, ਜਿਨ੍ਹਾਂ ਤੋਂ ਆਸੀਸ ਲਈ ਹੈ, ਉਹ ਕੋਈ ਆਮ ਬਾਲਕ ਨਹੀਂ ਨੇ, ਆਮ ਮਨੁੱਖ ਨਹੀਂ ਨੇ। ਉਹ ਤੇ ਗੁਰੂ ਨਾਨਕ ਸਾਹਿਬ ਜੀਆਂ ਦੀ ਗੱਦੀ ਦੇ 10ਵੇਂ ਅਧਿਕਾਰੀ, 10ਵੇਂ ਵਾਰਿਸ, 10ਵੇਂ ਪੁਰਖ ਹਨ। ਹੋਏ ਖੁਦਾਏ ਕੀ ਦਰਗਹਿ ਸੋਏ। ਹੋਏ ਖੁਦਾਏ ਕੀ ਦਰਗਹਿ ਸੋਏ, ਭਾਵ ਜਿਹੜਾ ਖੁਦਾ ਦੀ ਦਰਗਾਹ ਵਿੱਚ ਜੋ ਕੁਝ ਵੀ ਹੁੰਦਾ ਹੈ, ਜਿਸ ਵਿਦ ਵੀ ਹੁੰਦਾ ਹੈ ਜੀ। ਜਬ ਸਭ ਪੀਰ ਪਹੁੰਚਿਓ ਜਾਏ। ਜਿਸ ਵਕਤ ਸਾਰੇ ਪੀਰ ਆਪਣੀ ਆਰਬਲਾ ਪੂਰੀ ਕਰਕੇ, ਆਪਣਾ ਤੇਜ ਤਪ ਸੰਪੂਰਨ ਕਰਕੇ ਇਸ ਧਰਤੀ ਤੋਂ ਵਾਪਸ ਆਪਣੇ ਖੁਦਾ ਦੇ ਪਾਸ, ਉਹਦੀ ਦਰਗਾਹ ਵਿੱਚ ਪਹੁੰਚਦੇ ਹਨ। ਥਿਰੈ ਪੈਰ ਆਗੈ ਸਮੁਦਾਏ। ਥਿਰੈ ਪੈਰ ਭਾਵ ਦਰਗਾਹ ਵਿੱਚ ਜਿਸ ਵਕਤ ਪਹੁੰਚਦੇ ਹਨ ਤੇ ਦਰਗਾਹ ਦੇ ਅੰਦਰ ਜਦੋਂ ਪੈਰ ਰੱਖਦੇ ਹਨ ਜੀ, ਤਬ ਇਹ ਉੱਚੇ ਥਲ ਚਲ ਆਵੇ। ਉਸ ਵਕਤ ਫਿਰ ਅੱਗੋਂ ਅਰਸ਼ ਤੋਂ ਜਿਹੜੀ ਰੂਹ ਆਉਂਦੀ ਹੈ, ਜੋ ਪੁਰਖ ਆਉਂਦੇ ਹਨ ਜਿਹੜੇ ਸਾਨੂੰ ਸਾਰਿਆਂ ਨੂੰ ਸਨਮਾਨ ਸਹਿਤ ਉਸ ਦਰਗਾਹ ਵਿੱਚ ਟਿਕਾਣਾ ਬਖਸ਼ਦੇ ਹਨ। ਭਾਵ ਇਹ ਇੱਥੋਂ ਦੀ ਨਹੀਂ, ਸੰਸਾਰ ਦੀ ਵਾਰਤਾਲਾਪ ਨਹੀਂ ਕਹਿ ਰਿਹਾ ਪੀਰ ਜੀ, ਕਿਉਂਕਿ ਉਹਨਾਂ ਦੀ ਜਿਹੜੀ ਅੰਦਰ ਦੀ ਬਖਸ਼ਿਸ਼ ਬਹੁਤ ਡੂੰਘੀ ਹੈ। ਪੀਰ ਜੀ ਕਹਿਣ ਲੱਗੇ ਵੀ ਜਦੋਂ ਸਾਡੇ ਵਰਗੇ ਇਸ ਧਰਤੀ ਤੇ ਤਪ ਪੂਰਾ ਕਰਕੇ ਪ੍ਰਮਾਤਮਾ ਦੇ ਘਰ ਪ੍ਰਵਾਨ ਹੁੰਦੇ ਨੇ, ਧੁਰ ਦਰਗਾਹ ਵਿੱਚ ਜਦੋਂ ਟਿਕਾਣਾ ਪਾਉਂਦੇ ਨੇ, ਫਿਰ ਉੱਥੋਂ ਜਿਹੜੇ ਸਾਨੂੰ ਅੱਗੋਂ ਸਤਿਕਾਰ ਸਹਿਤ ਲੈਣ ਦੇ ਲਈ ਜਿਹੜੇ ਪੁਰਖ ਅੱਗੋਂ ਆਉਂਦੇ ਹਨ, ਸਭ ਹਨ ਕੋ ਨਿਜ ਦਰਸ ਦਿਖਾਵੇ। ਜਿਹੜੇ ਸਾਡੇ ਵਰਗਿਆਂ ਨੂੰ ਤਪ ਤੋਂ ਪ੍ਰਸੰਨ ਹੋ ਕਰਕੇ ਦਰਸ਼ ਦਿਖਾਉਂਦੇ ਹਨ। ਹੁਣ ਜੇ ਆਪਾਂ ਆਪਣਿਆਂ ਸ਼ਬਦਾਂ ਵਿੱਚ ਵੇਖਾਂਗੇ ਤੇ ਉਹ ਗੱਲ ਕਰ ਰਹੇ ਨੇ ਅੱਲਾਹ ਤਾਲਾ ਦੀ, ਕਿਉਂਕਿ ਸਾਰੇ ਹੀ ਖੁਦਾ ਨੂੰ ਪ੍ਰਸੰਨ ਕਰਨ ਦੇ ਲਈ, ਉਹਦੇ ਦਰਸ਼ਨ ਪਾਉਣ ਦੇ ਲਈ ਤਪ ਕਰਦੇ ਨੇ। ਖਾਸ ਕਰਕੇ ਜਿਤਨੇ ਵੀ ਪੀਰ ਜਿਨ੍ਹਾਂ ਨੇ ਵੱਡੇ ਤਪ ਜ਼ਿੰਦਗੀ ਵਿੱਚ ਕੀਤੇ ਹਨ, ਉਹਨਾਂ ਦਾ ਮਕਸਦ ਇਹ ਹੈ ਵੀ ਜਨਮ ਸਫਲ ਹੋ ਜਾਏ, ਖੁਦਾ ਦੇ ਘਰ ਪ੍ਰਵਾਨ ਹੋ ਜਾਈਏ, ਪਰਮਾਤਮਾ ਦੇ, ਅੱਲਾਹ ਤਾਲਾ ਦੇ ਦਰਸ਼ਨ ਹੋ ਜਾਣ।
ਤੇ ਉੱਥੇ ਜਿਹੜੇ ਉਸ ਦਰਗਾਹ ਦੇ ਵਿੱਚ ਸਾਡੇ ਵਰਗੇ ਪੀਰਾਂ ਨੂੰ ਜਿਸ ਪੁਰਖ ਦੇ ਦਰਸ਼ਨ ਹੁੰਦੇ ਹਨ, ਜਿਸਨੇ ਜੋ ਕਹਿ ਬੋ ਤਬ ਹੋਏ, ਜਿਸ ਨੇ ਜੋ ਕਹਿ ਬੋ ਤਬ ਹੋਏ, ਭਾਵ ਜਿਹੜੀ ਸਾਡੀ ਦਿਲੀ ਭਾਵਨਾ ਹੈ ਤੇ ਜਿਹੜੀ ਅਕਾਲ ਪੁਰਖ ਪਰਮਾਤਮਾ ਦੇ ਕਰੋ, ਖੁਦਾ ਦੇ ਕਰੋ ਸਾਡੇ ਵਰਗਿਆਂ ਨੂੰ ਬਖਸ਼ਿਸ਼ ਮਿਲਦੀ ਹੈ। ਇਨ ਸੋ ਕਹਿ ਪੂਰ ਹੈ ਸੋਏ। ਫਿਰ ਉੱਥੇ ਜਿਹੜੇ ਦਰਸ਼ਨ ਹੁੰਦੇ ਹਨ ਨਾ, ਉਹ ਇਹੀ ਪੁਰਖ ਹਨ। ਇਉਂ ਪੀਰ ਜੀਆਂ ਨੇ ਜਵਾਬ ਦਿੱਤਾ ਹੈ ਕਿ ਜਿਹੜੇ ਖੁਦਾ ਦੇ ਘਰੋਂ ਜੋ ਆਵਾਜ਼ ਆਉਂਦੀ ਹੈ, ਜਿਹੜਾ ਪੁਰਖ ਸਾਨੂੰ ਅੱਗੋਂ ਸਨਮਾਨ ਦੇ ਕਰਕੇ ਆਪਣੇ ਘਰ ਵਿੱਚ ਥਾਂ ਦਿੰਦਾ ਹੈ, ਅਸਲ ਵਿੱਚ ਉਹ ਪੁਰਖ ਉਹੀ ਅਵਤਾਰ ਲੈ ਕਰਕੇ ਧਰਤੀ ਤੇ ਇਸ ਰੂਪ ਵਿੱਚ ਹੈ। ਤੇ ਇਹੀ ਬਾਤ ਉਹਨਾਂ ਨੇ ਉਸ ਦਿਨ ਕਹੀ ਸੀ ਜਿਸ ਦਿਨ ਸਿਜਦਾ ਕਰਨ ਦੇ ਲਈ ਪਟਨਾ ਸਾਹਿਬ ਤੁਰੇ ਸਨ। ਇਹਦੇ ਇਸੇ ਤਰ੍ਹਾਂ ਹੀ ਇਤਿਹਾਸ ਵਿੱਚ ਉਹ ਸਾਖੀ ਹੈ ਜਿਸ ਦਿਨ ਪੀਰ ਜੀ ਹੋਰਾਂ ਨੇ ਪੱਛਮ ਤੋਂ ਮੁਖ ਹਟਾ ਕੇ ਪੂਰਬ ਵੱਲ ਸਿਜਦਾ ਕੀਤਾ ਤੇ ਉਹਨਾਂ ਦੇ ਜਿਹੜੇ ਮੁਰਸ਼ਿਦ ਨੇ ਉਹਨਾਂ ਸ਼ੰਕਾ ਕੀਤਾ ਵੀ ਇਹ ਤੇ ਸ਼ਰ੍ਹਾ ਦੇ ਉਲਟ ਹੋਇਆ। ਤੇ ਉੱਥੇ ਪੀਰ ਜੀ ਕਹਿਣ ਲੱਗੇ, ਜਿਸ ਖੁਦਾ ਨੂੰ, ਜਿਸ ਅੱਲਾਹ ਤਾਲਾ ਨੂੰ ਅਸੀਂ ਰੋਜ਼ ਸਿਜਦੇ ਕਰਦੇ ਆ, ਸਿਮਰਦੇ ਆ, ਅੱਜ ਉਹ ਅਵਤਾਰ ਲੈ ਕਰਕੇ ਤੇ ਇਸ ਧਰਤੀ ਤੇ ਪੂਰਬ ਵੱਲ ਆ ਬੈਠਾ ਹੈ। ਇਸ ਲਈ ਅੱਜ ਅਸੀਂ ਆਪਣਾ ਸਿਜਦਾ ਪੂਰਬ ਨੂੰ ਕੀਤਾ ਹੈ। ਇੱਥੇ ਪੀਰ ਮੀਰ ਦੀਨ ਜੀ ਨੂੰ ਪੀਰ ਭੀਖਮ ਸ਼ਾਹ ਜੀ ਕਹਿਣ ਲੱਗੇ, ਜਦੋਂ ਜ਼ਿੰਦਗੀ ਦੀ ਯਾਤਰਾ ਪੂਰੀ ਕਰਕੇ ਸਾਡੇ ਵਰਗੇ ਪੀਰ ਅੱਲਾ ਦੀ ਗੋਦ ਵਿੱਚ ਜਾਂਦੇ ਨੇ, ਉਹਦੀ ਦਰਗਾਹ ਵਿੱਚ ਪਹੁੰਚਦੇ ਨੇ, ਉੱਥੇ ਸਾਨੂੰ ਪ੍ਰਵਾਨਗੀ ਮਿਲਦੀ ਹੈ। ਅੱਗੋਂ ਜਿਹੜਾ ਦਰਸ਼ਨ ਦੇਣ ਦੇ ਲਈ ਅੱਲਾ ਪੁਰਖ ਦੇ ਰੂਪ ਵਿੱਚ ਆਉਂਦਾ ਹੈ ਨਾ, ਉਹ ਸੱਚਮੁੱਚ ਉਹ ਇਹੀ ਰੂਪ ਹੈ। ਉਹ ਰੂਪ ਕਿਹੜਾ? ਦਸਵੇਂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਅਸੀਂ ਉਹੀ ਰੂਪ ਜਾਣ ਕਰਕੇ ਉਸੇ ਅੱਲਾ ਨੂੰ ਹੀ ਇਸ ਧਰਤੀ ਤੇ ਆਇਆ ਵੇਖ ਕਰਕੇ ਤੇ ਇਸ ਧਰਤੀ ਤੇ ਉਹਨਾਂ ਨੂੰ ਸਿਜਦਾ ਕੀਤਾ ਹੈ ਜੀ। ਨਹਿ ਖੁਦਾਏ ਕਿਨ ਦੇਖਿਓ ਕਹਾਂ। ਪੀਰ ਭੀਖਮ ਸ਼ਾਹ ਜੀ ਕਹਿਣ ਲੱਗੇ, ਮੀਰ ਦੀਨ ਜੀ, ਅਸਲ ਵਿੱਚ ਤੁਹਾਨੂੰ ਤੱਤ ਦੀ ਬਾਤ ਦਸੀਏ ਤੇ ਇਸ ਧਰਤੀ ਤੇ ਬੰਦਗੀ ਕਰਨ ਵਾਲੇ ਜਦੋਂ ਕਿਤੇ ਵਾਪਸ ਆਪਣੇ ਘਰ ਜਾਂਦੇ ਨੇ, ਕਿ ਸਾਡੇ ਵਿੱਚੋਂ ਕਿਸੇ ਨੇ ਖੁਦਾ ਦੇ ਦਰਸ਼ਨ ਕੀਤੇ ਨੇ? ਖੁਦਾ ਕੈਸਾ ਹੁੰਦਾ ਹੈ? ਚਲੋ ਜੇ ਆਪਾਂ ਅੱਜ ਵਿਚਾਰ ਕਰ ਰਹੇ ਹਾਂ, ਜੇ ਸਾਡੇ ਸਨਮੁਖ ਕੋਈ ਸਵਾਲ ਰੱਖੇ ਖੁਦਾ ਕੈਸਾ ਹੈ, ਮੇਰਾ ਖਿਆਲ ਹੈ ਸਾਡੇ ਕੋਲ ਉਹਦਾ ਕੋਈ ਆਕਾਰ ਨਹੀਂ ਹੈ। ਚੱਕਰ ਚਿੰਨਰ ਬਰਨ ਜਾਤਿਰ ਪਾਤ ਨਾਹਿਨ, ਜੇ ਰੂਪ ਰੰਗਰ ਰੇਖ ਪੇ ਕੋ ਕਹਿ ਨਾ ਸਕਤ ਕੇ। ਖੁਦਾ ਕੈਸਾ ਹੈ, ਉਹਦਾ ਰੂਪ ਕੀ ਹੈ, ਉਹਦੀ ਸ਼ਕਲ ਕੈਸੀ ਹੈ, ਉਹਦੀ ਮੂਰਤ ਕੈਸੀ ਹੈ? ਕਿਉਂਕਿ ਨਿਰਗੁਣ ਸਰੂਪ ਦੇ ਵਿੱਚ ਤੇ ਅਸੀਂ ਪਰਮਾਤਮਾ ਨੂੰ ਅੱਜ ਤੱਕ ਵੇਖ ਹੀ ਨਹੀਂ ਸਕੇ। ਉਹ ਐਸਾ ਭੇਤ ਹੈ ਜਿਹੜਾ ਆਦਿ ਕਾਲ ਤੋਂ ਸਾਡੇ ਵਰਗੇ ਜੀਵਾਂ ਲਈ ਭੇਤ ਹੀ ਬਣਿਆ ਹੁੰਦਾ ਹੈ, ਪਤਾ ਹੀ ਨਹੀਂ ਹੈ ਉਹ ਕੀ ਹੈ। ਹਾਂ, ਜਦੋਂ ਨਿਰਗੁਣ ਸਰੂਪ ਆਪਣਾ ਰੂਪ ਲੈ ਕਰਕੇ ਸਰਗੁਣ ਦੇ ਵਿੱਚ ਇਸ ਧਰਤੀ ਤੇ ਗੁਰੂ ਰੂਪ ਵਿੱਚ ਪ੍ਰਗਟ ਹੁੰਦਾ ਹੈ, ਸੱਚਮੁੱਚ ਭਗਤੀ ਵਾਲੇ ਉਸੇ ਨੂੰ ਹੀ ਸਿਜਦਾ ਕਰਦੇ ਨੇ, ਉਹਨੂੰ ਹੀ ਅਸੀਂ ਗੁਰੂ ਕਿਹਾ ਕਰਦੇ ਹਾਂ। ਕਿਉਂਕਿ ਨਿਰਗੁਣ ਤਾਂ ਕਦੇ ਕਿਸੇ ਨੂੰ ਨਹੀਂ ਦਿਸਿਆ। ਨਿਰਗੁਣ ਤੇ ਅਦ੍ਰਿਸ਼ਟ ਹੈ, ਅਗੋਚਰ ਹੈ, ਅਲੋਪ ਹੈ। ਨਿਰਗੁਣ ਤਾਂ ਉਹ ਸਰੂਪ ਹੈ ਜਿਹਨੂੰ ਅਸੀਂ ਆਪਣਿਆਂ ਇਹਨਾਂ ਇੰਦਰੀਆਂ ਨਾਲ ਕਦੇ ਵੇਖ ਨਹੀਂ ਸਕਦੇ, ਉਹ ਖੁਦਾ ਹੈ। ਲੇਕਿਨ ਉਸ ਖੁਦਾ ਨੂੰ ਅੱਜ ਤੱਕ ਬੰਦਗੀ ਕਰਨ ਵਾਲੇ ਵੀ ਨਹੀਂ ਵੇਖ ਸਕੇ ਵੀ ਉਹ ਕਿੱਦਾਂ ਦਾ ਹੈ। ਉੱਥੇ ਜਦੋਂ ਕੋਈ ਪਹੁੰਚਦਾ ਉਹ ਤਾਂ ਇਹ ਕਹਿੰਦਾ ਵੀ ਪ੍ਰਕਾਸ਼ ਹੀ ਪ੍ਰਕਾਸ਼ ਹੈ, ਇਸ ਤੋਂ ਅੱਗੇ ਕੁਝ ਵੀ ਨਹੀਂ ਹੈ। ਲੇਕਿਨ ਜੇ ਕਿਸੇ ਨੇ ਉਸ ਨਿਰਗੁਣ ਸਰੂਪ ਦੇ ਦਰਸ਼ਨ ਕਰਨੇ ਨੇ, ਉਹ ਸਰਗੁਣ ਰੂਪ ਵਿੱਚ ਜਦੋਂ ਪ੍ਰਗਟ ਹੁੰਦਾ ਹੈ, ਉਹ ਆਪਣਾ ਰੂਪ ਲੈ ਕਰਕੇ ਜਦੋਂ ਧਰਤੀ ਤੇ ਆਉਂਦਾ ਤੇ ਉਹਦਾ ਹੀ ਸਿਜਦਾ ਕੀਤਾ ਜਾਂਦਾ। ਜਿਵੇਂ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਨਾ, ਇੱਕ ਸ਼ਬਦ ਭਗਤ ਸਵਈਆਂ ਵਿੱਚ ਭੱਟ ਜੀ ਹੋਰਾਂ ਨੇ ਲਿਖਿਆ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਜੋਤ ਰੂਪ ਜਦੋਂ ਪ੍ਰਗਟ ਹੋਏ ਗੁਰੂ ਨਾਨਕ ਸਾਹਿਬ, ਉਹ ਜਦੋਂ ਆਕਾਰ ਲੈ ਕੇ ਆਏ ਤੇ ਜਿਨ੍ਹਾਂ ਅੰਦਰ ਦੀ ਬਖਸ਼ਿਸ਼ ਰੱਖਣ ਵਾਲਿਆਂ ਪੀਰਾਂ ਨੂੰ, ਗੁਰਸਿੱਖਾਂ ਨੂੰ, ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਮਿਲੀ, ਇਲਮ ਮਿਲਿਆ, ਉਹਨਾਂ ਨੇ ਉੱਠ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਸੀਸ ਟਿਕਾ ਦਿੱਤਾ ਵੀ ਇਹੀ ਖੁਦਾ ਨੇ, ਇਹੀ ਪੀਰ ਨੇ, ਇਹੀ ਰੱਬ ਨੇ, ਇਹੀ ਬਾਬਾ ਹੈ। ਇਸ ਲਈ ਪੀਰ ਭੀਖਮ ਸ਼ਾਹ ਜੀ ਕਹਿਣ ਲੱਗੇ, ਵੇਖੋ ਨਹਿ ਖੁਦਾਏ ਕਿਨ ਦੇਖਿਓ ਜੋਏ। ਅੱਜ ਤੱਕ ਸਾਡੇ ਵਰਗੇ ਬੜੇ ਪੀਰ ਬੰਦਗੀ ਕਰ ਗਏ ਇਸ ਧਰਤੀ ਤੇ। ਸਾਡੇ ਤੋਂ ਪਹਿਲਾਂ ਬੜੇ ਪੀਰ ਇਸ ਧਰਤੀ ਤੇ ਆਏ ਜਿਹੜੇ ਰੱਬ ਨੂੰ ਧਿਆ ਗਏ, ਲੇਕਿਨ ਖੁਦਾ ਕਿਸੇ ਨੂੰ ਨਹੀਂ ਮਿਲਿਆ। ਖੁਦਾ ਜਦੋਂ ਵੀ ਕਿਸੇ ਨੂੰ ਮਿਲਿਆ ਹੈ, ਉਹ ਗੁਰੂ ਦੇ ਰੂਪ ਵਿੱਚ ਪ੍ਰਗਟ ਹੋ ਕਰਕੇ ਤੇ ਉਹ ਖੁਦਾ ਦੇ ਉਸੇ ਸਰੂਪ ਨੂੰ ਹੀ ਮੈਂ ਦਰਸ਼ਨ ਕਰਕੇ ਆਇਆ ਤੇ ਉਹਨਾਂ ਦੀ ਚਰਨਾਂ ਪੈ ਕਰਕੇ ਅਸੀਸਾਂ ਲਈਆਂ ਨਾ, ਉਹ ਸਰੂਪ ਹੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਨ। ਇਹੀ ਰੂਪ ਕੈ ਔਰੈ ਆਹ। ਕਿਉਂਕਿ ਹੁਣ ਇਹੀ ਉਹ ਰੂਪ ਹੈ ਖੁਦਾ ਦਾ ਸਾਖਿਆਤਕਾਰ, ਜਿਹੜਾ ਰੂਪ ਧਰਤੀ ਤੇ ਦਰਸ਼ਨ ਕਰ ਰਹੇ ਆ ਨਾ, ਉਹ ਇਹੀ ਉਹ ਰੂਪ ਹੈ। ਕਿਹੜਾ ਰੂਪ ਹੈ? ਮੈਂ ਫਿਰ ਬੇਨਤੀ ਕਰਾਂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹੀ ਖੁਦਾ ਦਾ ਨੂਰ ਨੇ, ਉਹੀ ਜ਼ਾਹਰਾ ਜ਼ਹੂਰ ਸਤਿਗੁਰੂ ਨੇ, ਉਹੀ ਪਾਤਸ਼ਾਹ ਨੇ। ਭਾਈ ਨੰਦ ਲਾਲ ਜੀ ਕੀ ਰਚਨਾ ਪੜ੍ਹੋਗੇ ਨਾ,
ਉਹਨਾਂ ਵੀ ਲਿਖਿਆ ਜ਼ੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ, ਏਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹਕਰਾ ਗੰਜੂਰ ਗੁਰੂ ਗੋਬਿੰਦ ਸਿੰਘ। ਬਹੁਤ ਸਾਰੇ ਬਚਨ ਉਹਨਾਂ ਨੇ ਇਸ ਸੰਬੰਧ ਵਿੱਚ ਲਿਖੇ ਨੇ ਕਿ ਜਿਸ ਨੂਰ ਦੀ ਅਸੀਂ ਗੱਲ ਕਰਦੇ ਹਾਂ, ਜਿਸ ਪਰਿਪੂਰਨ ਪਰਮਾਤਮਾ ਦੇ ਪ੍ਰਕਾਸ਼ ਸਰੂਪ ਦੀ ਅਸੀਂ ਗੱਲ ਕਰਦੇ ਹਾਂ, ਉਹੀ ਸਰੂਪ ਇਸ ਧਰਤੀ ਤੇ ਆਕਾਰ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪ੍ਰਗਟੇ ਹਨ। ਪੀਰ ਜੀ ਕਹਿਣ ਲੱਗੇ ਉਹਨਾਂ ਦੇ ਅਸੀਂ ਦਰਸ਼ਨ ਕੀਤੇ ਹਨ। ਆਵ ਨਿਜ ਤਨ ਜੋ ਤਾਰਨ ਕੀਨ, ਕਿਉਂਕਿ ਹੁਣ ਉਹਨਾਂ ਨੇ ਜਿਹੜਾ ਸਰੂਪ, ਇਹ ਜਿਹੜਾ ਤਨ ਧਾਰਨ ਕੀਤਾ, ਉਸ ਜੋਤ ਨੇ ਧਰਤੀ ਤੇ ਆ ਕਰਕੇ ਆ ਜਿਹੜਾ ਸਰੀਰ ਧਾਰਨ ਕੀਤਾ ਹੈ ਜੀ। ਦਰਸੇ ਤਹਾਂ ਜਨਮ ਜਹਲੀਨ, ਤੇ ਇਹ ਜਿਸ ਵਕਤ ਜਿਸ ਥਾਂ ਤੇ ਜਨਮ ਹੋਇਆ, ਭਾਵ ਪ੍ਰਗਟੇ ਨੇ ਸਤਿਗੁਰੂ ਜੀ, ਅਸੀਂ ਉੱਥੇ ਵੀ ਦਰਸ਼ਨ ਕਰਕੇ ਆਏ ਆ। ਪਟਨਾ ਸਾਹਿਬ ਦੀ ਧਰਤੀ ਜਿੱਥੇ ਪੀਰ ਜੀ 3 ਮਹੀਨੇ ਪੈਦਲ ਸਫ਼ਰ ਕਰਕੇ ਪਹੁੰਚੇ ਸਨ, ਸੋ ਉਸ ਸਥਾਨ ਤੇ ਵੀ ਅਸੀਂ ਨੇ ਇਸ ਪਾਵਨ ਸਰੀਰ ਦੇ, ਇਸ ਪਾਵਨ ਮੂਰਤ ਦੇ, ਇਸ ਪਵਿੱਤਰ ਸਰੂਪ ਰੱਬੀ ਸਰੂਪ ਦੇ ਦਰਸ਼ਨ ਕੀਤੇ ਹਨ। ਹਿੰਦੂ ਤੁਰਕ ਰਹੇ ਜਗ ਦੋਏ, ਕਿਉਂਕਿ ਹਿੰਦੂ ਤੇ ਤੁਰਕ ਇਸ ਵਕਤ ਦੋ ਹੀ ਮਹੱਜ਼ਬ ਹਨ ਜਿਹੜੇ ਸੰਸਾਰ ਵਿੱਚ ਹਨ ਜੀ। ਪਰਖੇ ਤਹਾਂ ਪਹੁੰਚ ਮੈਂ ਸੋਏ, ਤੇ ਪੀਰ ਭੀਖਮ ਸ਼ਾਹ ਜੀ ਨਾਲ ਦੇ ਪੀਰ ਮੀਰ ਦੀਨ ਜੀ ਨੂੰ ਕਹਿਣ ਲੱਗੇ ਕਿ ਇਹਨਾਂ ਦੀ ਅਸੀਂ ਉਸ ਵਕਤ ਵੀ ਪਰਖ ਕਰਕੇ ਆਏ ਸੀ, ਜਿਸ ਵਕਤ ਪ੍ਰਗਟੇ ਸਨ ਨਾ, ਜਿਸ ਵਕਤ ਅਜੇ ਕੁਝ ਮਹੀਨੇ ਜਿਹੜਾ ਕਹਿ ਲਈਏ ਸਮਾਂ ਸੀ, ਸੋ ਉਸ ਵਕਤ ਵੀ ਅਸੀਂ ਇਹਨਾਂ ਦੀ ਪਰਖ ਕੀਤੀ ਹੋਈ ਹੈ। ਧਰੀ ਕਾਮਨਾ ਅਬ ਮੈਂ ਆਏ, ਤੇ ਹੁਣ ਵੀ ਇੱਕ ਕਾਮਨਾ ਦੇ ਅਧੀਨ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਦਰਸ਼ਨ ਕੀਤੇ ਹਨ, ਜਾ ਕਰਕੇ ਬੇਨਤੀ ਵੀ ਕੀਤੀ ਹੈ ਜੀ। ਕੀਨ ਜਾਚਣਾ ਲੀਨ ਸੋ ਪਾਏ, ਤੇ ਜਿਹੜੀ ਕਾਮਨਾ ਲੈ ਕਰਕੇ ਗਏ ਸੀ, ਅਰਦਾਸ ਕੀਤੀ, ਯਾਚਨਾ ਕੀਤੀ, ਤੇ ਜਿਵੇਂ ਯਾਚਨਾ ਕੀਤੀ ਹੈ ਉਹੀ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਪ੍ਰਾਪਤ ਵੀ ਕਰ ਆਏ ਹਾਂ। ਤਰਨ ਹੋਏ ਤਨ ਰਨ ਕੋ ਕਰੈ, ਤਰਨ ਹੋਏ, ਤਰਨ ਤੋਂ ਭਾਵ ਤਰਨ ਦੇ ਅਰਥ ਹੁੰਦੇ ਨੇ ਜਵਾਨ ਹੋ ਜਾਣਾ। ਅਜੇ ਤੇ ਬਾਲ ਵੈ ਦੇ ਅੰਦਰ ਹਨ, ਛੋਟੀ ਉਮਰ ਦੇ ਵਿੱਚ ਹਨ, ਲੇਕਿਨ ਜਿਵੇਂ ਹੀ ਇਹ ਤਰਨ ਜਵਾਨੀ ਵਿੱਚ ਆਉਣਗੇ, ਉਸ ਵਕਤ ਫਿਰ ਇਹ ਕਰਨਗੇ ਕਿ ਰਣ ਬਹਿ ਕੋ ਕਰੈ। ਫਿਰ ਇਹਨਾਂ ਨੇ ਬਹੁਤ ਸਾਰੇ ਰਣ ਫਤਿਹ ਕਰਨੇ ਹਨ, ਜਿਵੇਂ ਜੰਗਾਂ ਮਹਾਰਾਜ ਕੇ ਜੀਵਨ ਦੀਆਂ 14 ਵੱਡੀਆਂ ਜੰਗਾਂ। ਸੋ ਵੱਡੇ ਹੋ ਕਰਕੇ ਇਹਨਾਂ ਨੇ ਬਹੁਤ ਸਾਰੇ ਇਸ ਧਰਤੀ ਦੇ ਉੱਪਰ ਜੰਗ ਲੜਨੇ ਹਨ। ਤੇਜ ਤੁਰਕ ਗਨ ਕੋ ਸਭ ਹਰੈ, ਤੇ ਪੀਰ ਭੀਖਮ ਸ਼ਾਹ ਜੀ ਕਹਿਣ ਲੱਗੇ ਜਿਹੜੇ ਹੁਣ ਸਮੇਂ ਦੇ ਹੁਕਮਰਾਨ ਜ਼ੁਲਮ ਕਰ ਰਹੇ ਹਨ, ਇਹਨਾਂ ਤੁਰਕਾਂ ਦਾ ਸਾਰਾ ਤੇਜ ਇਹਨਾਂ ਨੇ, ਸਾਰਾ ਬਲ ਇਹਨਾਂ ਨੇ ਆਪਣੀਆਂ ਤਾਕਤ ਨਾਲ ਖਿੱਚ ਲੈਣਾ ਹੈ। ਦਿੱਲੀ ਅਰ ਲਬਪੁਰੀ ਮਜਾਰ, ਦਿੱਲੀ ਤੋਂ ਲੈ ਕਰਕੇ ਲਾਹੌਰ ਦੇ ਵਿੱਚ ਦਾ ਜਿੰਨਾ ਫਾਸਲਾ ਹੈ ਜੀ, ਦਿੱਲੀ ਦੇ ਅੰਦਰ ਬਾਦਸ਼ਾਹ ਔਰੰਗਜ਼ੇਬ ਬਹਿੰਦਾ, ਲਾਹੌਰ ਉਹਦਾ ਥਾਪਿਆ ਸੂਬੇਦਾਰ ਬਹਿੰਦਾ, ਤੇ ਦਿੱਲੀ ਤੋਂ ਲੈ ਕਰਕੇ ਲਾਹੌਰ ਜਿੱਥੇ ਜਿੱਥੇ ਵੀ ਇਸ ਸਮੇਂ ਦੇ ਹੁਕਮਰਾਨਾਂ ਤੁਰਕਾਂ ਦੇ ਹੁਕਮ ਚੱਲਦੇ ਹਨ, ਸਭ ਕੀ ਲਹਿ ਪਾਗ ਉਤਾਰ। ਇਹ ਜਿਸ ਵਕਤ ਧਰਮ ਕਰਮ ਵਿੱਚ ਆਉਣਗੇ, ਜਿਸ ਵਕਤ ਸ਼ਸਤਰ ਲੈ ਕੇ ਰਣ ਤੱਤੇ ਦੇ ਵਿੱਚ ਉਤਰਨਗੇ, ਇਹ ਇਤਨੀ ਬਖਸ਼ਿਸ਼ ਕਰਨਗੇ, ਸਭ ਕੀ ਲਹਿ ਪਾਗ ਉਤਾਰ। ਹੁਣ ਪੱਗ ਉਤਾਰਨ ਦਾ ਮਤਲਬ ਹੁੰਦਾ ਸਰਦਾਰੀ ਖੋਹ ਲੈਣੀ, ਕਿਉਂਕਿ ਪੱਗ ਜਿਹੜੀ ਹੈ ਨਾ, ਇਹ ਇਕੱਲਾ ਕੋਈ 7-8 ਮੀਟਰ 10 ਮੀਟਰ ਦਾ ਕੱਪੜਾ ਨਹੀਂ ਹੈ। ਮਹਾਰਾਜ ਨੇ ਇਸ ਇੱਕ ਸਾਨੂੰ ਸਰਦਾਰੀ ਬਖਸ਼ੀ ਹੈ, ਇੱਕ ਸਲਤਨਤ ਦੀ ਨਿਸ਼ਾਨੀ ਹੈ। ਅਕਸਰ ਪੁਰਾਣੇ ਸਮਿਆਂ ਦੇ ਵਿੱਚ ਨਾ ਬਾਦਸ਼ਾਹ ਲੋਕ ਪੱਗ ਬੰਨ੍ਹ ਕੇ ਤਖਤਾਂ ਤੇ ਵਿਆਹ ਕਰਦੇ ਸਨ, ਪਤਾ ਇਹਨਾਂ ਦੇ ਹੁਕਮ ਚੱਲਦੇ ਆ। ਮਹਾਰਾਜ ਨੇ ਇਕੱਲੇ ਇਕੱਲੇ ਖਾਲਸੇ ਨੂੰ ਪੱਗ ਬਣਾਈ ਹੈ। ਸੋ ਮਹਾਰਾਜ ਜਿਸ ਵਕਤ ਧਰਮ ਕਰਮ ਵਿੱਚ ਆਉਣਗੇ, ਸ਼ਸਤਰ ਫੜਨਗੇ, ਰਣ ਤੱਤੇ ਅੰਦਰ ਉਤਰਨਗੇ, ਉਹਨਾਂ ਤੁਰਕਾਂ ਦੇ ਹੁਕਮਰਾਨਾਂ ਦੀਆਂ ਸਾਰਿਆਂ ਦੀਆਂ ਪੱਗਾਂ ਲਾ ਦੇਣੀਆਂ ਨੇ, ਭਾਵ ਉਹਨਾਂ ਦੀ ਸਰਦਾਰੀ ਖੋਹ ਕੇ ਆਪਣੇ ਹੱਥ ਕਰ ਲੈਣੀ ਹੈ ਜੀ। ਰਹਿਣ ਦਹੇ ਨਹਿ ਪਤ ਕਿਸ ਕੇਰ, ਮਹਾਰਾਜ ਸੱਚੇ ਪਾਤਸ਼ਾਹ ਜਿਸ ਵਕਤ ਵਰਤਨਗੇ, ਫਿਰ ਇਹ ਜਿਤਨੇ ਵੀ ਬਾਦਸ਼ਾਹ ਬਣ ਕੇ ਬੈਠੇ ਹਨ, ਕਿਸੇ ਤਖਤ ਤੇ ਇਹ ਕੋਈ ਸਲਾਮਤ ਨਹੀਂ ਰਹੇਗਾ ਜੀ। ਕਰਹਿ ਧੂਲ ਜੋ ਸੈਲ ਉਚੇਰ, ਜੋ ਬਹੁਤ ਵੱਡੀਆਂ ਵੱਡੀਆਂ ਬਾਤਾਂ ਕਰਦੇ ਹਨ, ਮਹਾਰਾਜ ਆਪਣੇ ਬਲ ਦੇ ਨਾਲ ਇਹਨਾਂ ਸਭ ਨੂੰ ਖਤਮ ਕਰ ਦੇਣਗੇ। ਨਿਜ ਟੁਕਰਾ ਬਖਸ਼ਾ ਬਣ ਗਇਓ, ਤੇ ਪੀਰ ਭੀਖਮ ਸ਼ਾਹ ਜੀ ਫਿਰ ਆਪਣਾ ਮਨੋਰਥ ਵੀ ਦੱਸ ਰਹੇ ਨੇ। ਸਾਥ ਜਿਹੜੇ ਪੀਰ ਮੀਰ ਦੀਨ ਜੀ ਹਨ ਨਾ, ਉਹਨਾਂ ਨੂੰ ਆਪਣਾ ਮਨੋਰਥ ਵੀ ਦੱਸ ਰਹੇ ਨੇ। ਅਸੀਂ ਕਿਉਂ ਗਏ ਸੀ ਇਹਨਾਂ ਪਾਸ, ਤੇ ਵੱਖਰੇ ਦੂਰ ਹੋ ਕਰਕੇ, ਸਾਰਿਆਂ ਤੋਂ ਦੂਰ ਬੈਠ ਕਰਕੇ ਕਿਹੜੀ ਬੇਨਤੀ ਕੀਤੀ ਹੈ? ਨਿਜ ਟੁਕੜਾ ਬਖਸ਼ਾਵਨ ਗਇਓ, ਭਾਵ ਜਿੰਨਾ ਕੁ ਇਲਾਕਾ ਸਾਡੇ ਪਾਸ ਹੈ, ਜਿਵੇਂ ਕੜਾਮ ਦੀ ਧਰਤੀ ਹੈ ਜਾਂ ਕਰਨਾਲ ਦੇ ਪਾਸ ਦਾ ਜਿਹੜਾ ਨਗਰ ਠਸਕਾ ਗ੍ਰਾਮ, ਜਿੱਥੇ ਮੁੱਖ ਡੇਰਾ ਹੈ ਪੀਰ ਭੀਖਮ ਸ਼ਾਹ ਜੀ ਹੋਰਾਂ ਦਾ ਉਸ ਵਕਤ ਸੀ,
ਸੋ ਅਸੀਂ ਤੇ ਆਪਣੀ ਥਾਂ ਨੂੰ ਬਚਾਉਣ ਦੇ ਲਈ ਗਏ ਸਾਂ, ਕਿਉਂਕਿ ਭਵਿੱਖਿਅਤ ਸਮੇਂ ਦਾ ਜੋ ਕੁਝ ਸਾਨੂੰ ਨਜ਼ਰ ਆ ਰਿਹਾ ਸੀ ਨਾ, ਜਿਵੇਂ ਤੁਰਕ ਰਾਜ ਵੱਧ ਰਿਹਾ ਹੈ ਤੇ ਇਹਨੂੰ ਠੱਲ ਪਾਉਣ ਦੇ ਲਈ ਅੱਗੋਂ ਖਾਲਸੇ ਰਾਜ ਨੇ ਆਉਣਾ ਹੈ। ਤੇ ਖਾਲਸੇ ਰਾਜ ਦਾ ਜਦੋਂ ਝੰਡਾ ਝੂਲੇਗਾ, ਉਹਨਾਂ ਨੇ ਹਰ ਤੁਰਕ ਦੇ ਉਸ ਅਸਥਾਨ ਨੂੰ ਨਾਸ ਕਰ ਦੇਣਾ ਜਿੱਥੇ ਵੀ ਕੋਈ ਤੁਰਕ ਬੈਠਾ। ਤੇ ਧਰਮ ਕਰਕੇ ਅਸੀਂ ਵੀ ਇਸਲਾਮੀ ਹਾਂ। ਜੇ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਤੋਂ ਬਖਸ਼ਿਸ਼ ਨਹੀਂ ਲੈਂਦੇ, ਉਹਨਾਂ ਤੋਂ ਵਰ ਪ੍ਰਾਪਤ ਨਹੀਂ ਕਰਦੇ, ਤੇ ਨਿਸ਼ਚੇ ਹੀ ਜਦੋਂ ਖਾਲਸਾ ਸਰਦਾਰ ਤਖਤ ਤੇ ਬਵੇਗਾ, ਉਹਨਾਂ ਨੇ ਸਾਡਾ ਵੀ ਇਹ ਜਿਹੜਾ ਟੁਕੜਾ ਹੈ, ਸਾਡੀ ਵੀ ਧਰਤੀ ਡੇਰਾ ਸਭ ਤਹਿਸ ਨਹਿਸ ਕਰ ਦੇਣਾ। ਇਸ ਤੋਂ ਪਹਿਲਾਂ ਅਸੀਂ ਭਵਿੱਖਿਅਤ ਸਮੇਂ ਨੂੰ ਜਾਚ ਕੇ ਵਿਚਾਰ ਕੇ ਮਹਾਰਾਜ ਜੀਆਂ ਤੋਂ ਅਸੀਸ ਲੈ ਲਈ ਹੈ। ਨਿਜ ਟੁਕੜਾ ਬਖਸ਼ਾਵਨ ਗਇਓ, ਆਪਣੇ ਇਸ ਥਾਂ ਨੂੰ ਬਖਸ਼ਾਉਣ ਦੇ ਲਈ ਮਹਾਰਾਜ ਕੇ ਚਰਨਾਂ ਵਿੱਚ ਅਰਦਾਸ ਕੀਤੀ ਹੈ। ਤੇ ਇਹ ਵੀ ਹੈ, ਉਹਨਾਂ ਨੇ ਸਾਡੀ ਅਰਦਾਸ ਪ੍ਰਵਾਨ ਵੀ ਕਰ ਲਈ ਹੈ ਕਿ ਇਸ ਧਰਤੀ ਤੇ ਜੋ ਕੁਝ ਵੀ ਹੋਵੇਗਾ, ਜਿਹੜੀ ਤੁਹਾਡੀ ਥਾਂ ਹੈ, ਜਿੱਥੇ ਜਿੱਥੇ ਤੁਸੀਂ ਬੈਠੇ ਹੋ, ਭਾਵ ਧਰਮ ਕਰਕੇ ਭਾਵੇਂ ਇਸਲਾਮੀ ਜ਼ਰੂਰ ਹੋ, ਲੇਕਿਨ ਖਾਲਸਾ ਤੁਹਾਨੂੰ ਕੁਝ ਨਹੀਂ ਕਹੇਗਾ। ਉਹ ਸਾਰੇ ਥਾਂ ਸਲਾਮਤ ਰਹੇ ਸਨ। ਜਦੋਂ ਖਾਲਸਾ ਰਾਜ ਆਇਆ ਨਾ, ਭਾਵੇਂ ਕਿ ਖਾਲਸਾ ਰਾਜ ਨੇ ਉਸ ਵੇਲੇ ਉਹ ਸਾਰਿਆਂ ਥਾਵਾਂ ਤੇ ਜਿੱਥੇ ਵੀ ਕੋਈ ਤੁਰਕਪਤ ਬੈਠਾ ਜਾਂ ਕੋਈ ਐਸਾ ਵੈਸਾ ਬੈਠਾ, ਸਭ ਦਾ ਨਾਸ ਕਰਕੇ ਰੱਖ ਦਿੱਤਾ, ਲੇਕਿਨ ਪੀਰ ਜੀ ਹੋਰਾਂ ਦੇ ਜਿਹੜੇ ਡੇਰੇ ਸਨ ਉਹ ਸਲਾਮਤ ਰਹੇ ਸਨ। ਸੋ ਅਸੀਂ ਆਪਣੇ ਥਾਂ ਨੂੰ ਬਚਾਉਣ ਦੇ ਲਈ ਉਹਨਾਂ ਪਾਸ ਅਰਜ਼ ਕਰਕੇ ਆਏ ਹਾਂ ਜੀ, ਕਿਰਪਾ ਕਰੀ ਮਹੋ ਕੋ ਬਰ ਦਿਓ। ਤੇ ਸਾਡੀ ਬੇਨਤੀ ਸੁਣ ਕੇ ਗਰੀਬ ਨਿਵਾਸ ਸਤਿਗੁਰੂ ਜੀ ਹੋਰਾਂ ਨੇ ਸਾਡੇ ਤੇ ਕਿਰਪਾ ਕੀਤੀ ਹੈ, ਸਾਨੂੰ ਵਰ ਦੇ ਦਿੱਤਾ ਹੈ। ਮੀਰ ਦੀਨ ਕੋ ਸਰਬ ਬਿਰਤਾਂਤ। ਇਸ ਵਿਦਨਾ ਪੀਰ ਭੀਖਮ ਸ਼ਾਹ ਜੀ ਹੋਰਾਂ ਨੇ ਆਪਣੇ ਸਾਥੀ ਮੀਰ ਦੀਨ ਜੀ, ਜਿਹੜੇ ਪੀਰ ਜੀ ਹਨ, ਉਸ ਇਲਾਕੇ ਦੇ ਰਹਿਣ ਵਾਲੇ, ਭੇਵੇ ਦੇ ਪਾਸ ਇਹਨਾਂ ਦਾ ਸਥਾਨ ਹੈ। ਸੋ ਉਹਨਾਂ ਦੇ ਸਾਥ ਇਹ ਸਾਰੀ ਵਾਰਤਾਲਾਪ ਸਾਂਝੀ ਕੀਤੀ ਹੈ, ਸਾਰਾ ਕੁਝ ਦੱਸ ਦਿੱਤਾ ਜੋ ਵਾਰਤਾਲਾਪ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਸਾਥ ਹੋਈ ਹੈ, ਤੇ ਜਿਹੜੀ ਅਸੀਸ ਪੀਰ ਭੀਖਮ ਸ਼ਾਹ ਜੀ ਹੋਰਾਂ ਨੇ ਮਹਾਰਾਜ ਜੀਆਂ ਤੋਂ ਲਈ ਹੈ। ਤੇ ਜਿਵੇਂ ਉਹਨਾਂ ਨੇ ਸ਼ੰਕਾ ਕੀਤਾ ਸੀ ਵੀ ਆਪ ਅਨਮਤ ਦੇ ਬੱਚੇ ਦੇ ਅੱਗੇ ਕਿਉਂ ਝੁਕੇ ਹੋ, ਏਡੇ ਵੱਡੇ ਪਦਵੀ ਰੁਤਬੇ ਤੇ ਹੋ ਕਰਕੇ ਇੱਦਾਂ ਝੁਕਣਾ ਤੁਹਾਡੇ ਲਈ ਚੰਗਾ ਨਹੀਂ ਹੈ। ਉਹਨਾਂ ਉਹ ਵੀ ਦੱਸ ਦਿੱਤਾ ਵੀ ਇਹ ਕੋਈ ਬੱਚੇ ਨਹੀਂ ਨੇ, ਤੇ ਬਹੁਤ ਵੱਡੇ ਪੁਰਖ ਨੇ, ਬਹੁਤ ਤਨ ਬਿਲਕੁਲ ਅਜੇ ਛੋਟਾ ਹੈ ਭਾਵੇਂ, ਪਰੰਤੂ ਅੰਤਰਾਤਮੇ ਤੋਂ ਇਹ ਖੁਦਾ ਹੀ ਹਨ। ਇਸ ਕਰਕੇ ਅਸੀਂ ਨਮਸਕਾਰ ਕੀਤੀ ਹੈ। ਕੀਨ ਸੁਨਾਬਨ ਹਰ ਕਤ ਗਾਤ। ਤੇ ਬੜੇ ਪ੍ਰਸੰਨ ਹੋ ਕਰਕੇ ਪੀਰ ਭੀਖਮ ਸ਼ਾਹ ਜੀ ਹੋਰਾਂ ਨੇ ਆਪਣੇ ਸਾਥੀ ਪੀਰ ਜੀਆਂ ਨੂੰ ਇਹ ਸਾਰੀਆਂ ਬਾਤਾਂ ਸੁਣਾਈਆਂ ਹਨ। ਕਵ ਸੰਤੋਖ ਸਿੰਘ ਕਰਤ ਉਚਾਰੇ। ਇਸ ਤੋਂ ਅੱਗੇ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਹਨ ਕਿ ਇਦਾਂ ਦੇ ਬਹੁਤ ਸਾਰੇ ਬਿਰਤਾਂਤ ਹਨ ਮਹਾਰਾਜ ਜੀ ਕੇ ਜੀਵਨ ਦੇ, ਕਿਉਂਕਿ ਜਿੱਥੋਂ ਤੱਕ ਸੰਭਵ ਹੋਇਆ ਕਵੀ ਜੀ ਹੁਣਾਂ ਦੀ ਕਲਮ ਨੇ ਸਾਰਾ ਕੁਝ, ਸਾਰੇ ਹਵਾਲੇ ਇਕੱਠੇ ਕਰਕੇ, ਇਤਿਹਾਸ ਛਾਂਟ ਕੇ, ਉਹਦੇ ਵਿੱਚੋਂ ਘਟਨਾਵਾਂ ਲੱਭ ਕੇ ਉਹ ਸਭ ਕੁਝ ਦਰਜ ਕਰਨ ਦਾ ਯਤਨ ਕੀਤਾ। ਲੇਕਿਨ ਅਖੀਰ ਤੇ ਭਾਈ ਸਾਹਿਬ ਜੀ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਸਾਡੀ ਕਲਮ ਵਿੱਚ ਵੀ ਇੰਨੀ ਸੱਤਿਆ ਨਹੀਂ ਵੀ ਮਹਾਰਾਜ ਜੀ ਕੇ ਜੀਵਨ ਦੇ ਮੁਕੰਮਲ ਇਤਿਹਾਸ ਦੀ ਬਿਆਨਬਾਜ਼ੀ ਕਰ ਗਏ ਹੋਈਏ, ਕਿਉਂਕਿ ਇਹ ਤੇ ਕੁਝ ਚੁਣਿੰਦਾ ਹਵਾਲੇ ਨੇ। ਕਿੱਥੇ ਕਿੱਥੇ ਸਤਿਗੁਰੂ ਜੀਆਂ ਨੇ ਕਿਸ ਗੁਰਮੁਖ ਤੇ ਕਿੱਦਾਂ ਆਪਣੀ ਕਿਰਪਾ ਵਰਤਾਈ, ਕਲਮਾਂ ਵਿੱਚ ਏਡੇ ਦਮ ਨਹੀਂ ਹੁੰਦੇ ਵੀ ਸਤਿਗੁਰਾਂ ਦੇ ਪੂਰੇ ਜਿਹੜੇ ਕਰਤੱਵ ਨੇ ਉਹਨਾਂ ਨੂੰ ਲਿਖ ਦਈਏ। ਇਹ ਇੱਕ ਕਵੀ ਅੱਲਾ ਜਾਰ ਖਾਂ ਜੀ ਹੋਰਾਂ ਨੇ ਵੀ ਮਹਾਰਾਜ ਜੀ ਕੇ ਜੀਵਨ ਤੇ ਲਿਖਦਿਆਂ ਬਾਕਮਾਲ ਪੰਕਤੀਆਂ ਲਿਖੀਆਂ ਸਨ। ਉਹ ਕਹਿੰਦੇ ਸਨ, ਮਹਾਰਾਜ ਕਿੱਦਾਂ ਲਿਖੀਏ ਤੁਹਾਡੇ ਜੀਵਨ ਤੇ, ਜਿੰਨੀ ਕੁ ਤੁਹਾਡੇ ਜੀਵਨ ਵਿੱਚ ਬਖਸ਼ਿਸ਼ਾਂ ਹਨ, ਕਹਾਂ ਲਿਖੂ ਵਸਦ ਕਹਾਂ ਤਾਬੇ ਸਿਤਮ ਹੈ। ਜੇ ਅਸੀਂ ਵੇਖੀਏ, ਇਹ ਕਾਕ ਸੇ ਬੁਲਬੁਲਾ ਕਿਆ ਕੁਲ ਬਹਿਰ ਕੋ ਦੇਖੇ, ਸਾਗਰ ਮਝਧਾਰ ਕਹਾਂ ਲਹਿਰ ਕੋ ਦੇਖੇ। ਉਹਨਾਂ ਤੇ ਇੱਥੋਂ ਤੱਕ ਲਿਖ ਦਿੱਤਾ ਸੀ, ਕਰਤਾਰ ਕੀ ਸੌਗੰਧ ਨਾਨਕ ਕੀ ਕਸਮ ਹੈ। ਸਾਨੂੰ ਤੇ ਕਰਤਾਰ ਦੀ, ਪਰਮਾਤਮਾ ਦੀ, ਖੁਦਾ ਦੀ ਸਹੁੰ ਹੈ, ਨਾਨਕ ਦੀ ਕਸਮ ਹੈ, ਲਿਖੂ ਗੋਬਿੰਦ ਕੇ ਵਸਦ ਕਹਾਂ ਤਾਬੇ ਸਿਤਮ ਹੈ। ਮਹਾਰਾਜ ਤੁਹਾਡੇ ਜੀਵਨ ਦੀਆਂ ਘਟਨਾਵਾਂ ਸਾਡੇ ਤੋਂ ਕਿੱਥੇ ਲਿਖੀਆਂ ਜਾ ਸਕਦੀਆਂ ਨੇ। ਅਸੀਂ ਤੇ ਟੂਕ ਮਾਤਰ ਜਿੰਨਾ ਕੁ ਮੱਤ ਦੀ ਪਕੜ ਆਉਂਦੀ ਹੈ ਉਹਨਾਂ ਕੁ ਆਪਣੀ ਮੱਤ ਨਾਲ ਪੜਚੋਲ ਕੇ ਉਹ ਬਾਤਾਂ ਲਿਖ ਸਕਦੇ ਹਾਂ, ਵਰਨਾ ਮਹਾਰਾਜ ਤੁਹਾਡੀਆਂ ਤੇ ਬਾਤਾਂ ਹੀ ਅਗੰਮੀ ਹਨ, ਤੁਹਾਡੀਆਂ ਤੇ ਬਖਸ਼ਿਸ਼ਾਂ, ਤੁਹਾਡੀ ਤੇ ਕਿਰਪਾ ਹੀ ਬਹੁਤ ਵੱਡੀ ਹੈ। ਤੁਸੀਂ ਦ੍ਰਿਸ਼ਟੀ ਨਾਲ ਕਿਸੇ ਦਾ ਕੀ ਕੋਈ ਸਵਾਰ ਗਿਆ, ਸਾਨੂੰ ਕੀ ਪਤਾ ਇਹਨਾਂ ਬਾਤਾਂ ਬਾਰੇ। ਸੋ ਇਸ ਵਿਦ ਕਵ ਸੰਤੋਖ ਸਿੰਘ ਕਰਤ ਉਚਾਰੇ, ਜਿਨ੍ਹਾਂ ਕੋ ਮੱਤ ਵਿੱਚ ਗਬਾਤ ਆਈ, ਉਹਨਾਂ ਨੇ ਇੱਥੇ ਇਹ ਬਾਤਾਂ, ਇਹ ਘਟਨਾਵਾਂ ਲਿਖਣ ਦਾ ਯਤਨ ਕੀਤਾ ਹੈ। ਤਿਸ ਕੋ ਗ੍ਰਾਮ ਸੋ ਨਿਕਟ ਹਮਾਰੇ। ਨਾਲ ਕਹਿਣ ਲੱਗੇ ਜਿਹੜਾ ਪੀਰ ਭੀਖਮ ਸ਼ਾਹ ਜੀ ਹੋਰਾਂ ਦਾ ਨਗਰ ਹੈ ਨਾ, ਕੜਾਮ ਨਗਰ, ਇੱਥੇ ਨਜ਼ਦੀਕ ਹੀ
ਸੋ ਉਹ ਵੀ ਕਹਿਣ ਲੱਗੇ ਸਾਡੇ ਇੱਥੇ ਇਲਾਕੇ ਦੇ ਪਾਸ ਹੀ ਸੀ, ਕੋਈ ਬਹੁਤਾ ਦੂਰ ਨਹੀਂ ਸੀ। ਇਸ ਲਈ ਇਹ ਵੀ ਹੈ ਵੀ ਪੀਰ ਜੀ ਦਾ ਜੋ ਇਤਿਹਾਸ ਹੈ, ਬਹੁਤਾਤ ਵਿੱਚ ਕਵੀ ਜੀ ਆਪ ਕਈ ਥਾਵਾਂ ਤੇ ਜਾ ਕੇ ਸਾਰਾ ਪੜਚੋਲ ਕਰਕੇ ਲਿਆਉਂਦੇ ਰਹੇ ਨੇ। ਸੋ ਕੁਝ ਇਤਿਹਾਸ ਦੇ ਹਵਾਲੇ ਐਸੇ ਨੇ ਜਿੱਥੇ ਭਾਈ ਸਾਹਿਬ ਜੀ, ਭਾਈ ਸੰਤੋਖ ਸਿੰਘ ਜੀ ਆਪ ਪਹੁੰਚੇ ਨੇ, ਉੱਥੋਂ ਦੀਆਂ ਸਾਰੀਆਂ ਲਿਖਤਾਂ, ਸਾਰੀਆਂ ਘਟਨਾਵਾਂ ਉਹਨਾਂ ਨੇ ਆਪ ਬੜੀ ਚੰਗੀ ਤਰ੍ਹਾਂ ਨਿਰੀਖਣ ਕੀਤੀਆਂ, ਇਲਾਕੇ ਦੇ ਬਜ਼ੁਰਗਾਂ ਪਾਸ ਤੋਂ ਪਤਾ ਕੀਤਾ, ਪੁਰਾਤਨ ਲਿਖਤਾਂ ਦੇ ਖਰੜੇ ਫਰੋਲੇ, ਸਭ ਕੁਝ ਕਰਕੇ ਫਿਰ ਮਹਾਰਾਜ ਜੀ ਕੇ ਜੀਵਨ ਦੇ ਇਤਿਹਾਸ ਦੀਆਂ ਘਟਨਾਵਾਂ ਉਹਨਾਂ ਨੇ ਆਪਣੀ ਇਸ ਮਹਾਨ ਰਚਨਾ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਦਰਜ ਕੀਤੀਆਂ ਨੇ। ਬਹੁਤ ਵੱਡੀ ਉਹਨਾਂ ਦੀ ਇੱਕ ਕਮਾਈ ਹੈ, ਬੜਾ ਵੱਡਾ ਉਹਨਾਂ ਦਾ ਇੱਕ ਤਪ, ਮਹਾਨ ਸੇਵਾ ਜੋ ਕਰਕੇ ਗਏ ਨੇ। ਸੋ ਉਹਨਾਂ ਦਾ ਜਿਹੜਾ ਨਗਰ ਹੈ ਨਾ, ਉਹ ਕਹਿਣ ਲੱਗੇ ਸਾਡੇ ਇੱਥੇ ਪਾਸ ਹੀ ਹੈ, ਤੇ ਇਸ ਕਰਕੇ ਸਾਰਾ ਬਰੀਕੀ ਨਾਲ ਇਤਿਹਾਸ ਅਸੀਂ ਵਾਚਿਆ ਹੈ। ਚਾਹੋਂ ਦਿਸ ਸਿੰਘਣ ਰਾਜ ਵਡੇਰਾ, ਤੇ ਉਹਨਾਂ ਦਾ ਜਿੱਥੇ ਨਗਰ ਹੈ ਉਹਦੇ ਚੁਗਿਰਦੇ ਚੌਂ ਦਿਸ ਜਿਹੜਾ ਸਿੰਘਾਂ ਦਾ ਵੱਡਾ ਰਾਜ ਜਿਹੜਾ ਹੈ ਉਸ ਵਕਤ ਰਿਹਾ ਹੈ ਜੀ। ਠਸਕਾ ਗ੍ਰਾਮ ਵਿੱਚ ਹਮਹੇਰਾ, ਠਸਕਾ ਗ੍ਰਾਮ, ਇਹ ਠਸਕਾ ਜਿਹੜਾ ਨਗਰ ਹੈ ਇਧਰ ਕੁਰਕਸ਼ੇਤਰ ਦੇ ਨਾਲ ਲੱਗਦਾ ਹੱਦ, ਉਸ ਵਕਤ ਜ਼ਿਲ੍ਹਾ ਕਰਨਾਲ ਲੱਗਦਾ। ਸੋ ਉਹ ਜਿਹੜਾ ਨਗਰ ਹੈ ਉਹ ਉਸ ਵਕਤ ਉਸੇ ਤਰ੍ਹਾਂ ਸਲਾਮਤ ਰਿਹਾ ਜਿਵੇਂ ਮਹਾਰਾਜ ਜੀਆਂ ਨੇ ਪੀਰ ਜੀ ਹੋਰਾਂ ਨੂੰ ਆਸੀਸ ਦਿੱਤੀ ਸੀ। ਸਾਹੋ ਭੀਖ ਕਹਿ ਰਹੇ ਫਕੀਰ, ਪੀਰ ਭੀਖਮ ਸ਼ਾਹ ਜੀ ਭਾਵੇਂ ਆਪਣੇ ਤਨ ਦੇ ਚੋਲੇ ਨੂੰ ਤਿਆਗ ਗਏ, ਲੇਕਿਨ ਉਹਨਾਂ ਦੇ ਅੱਗੇ ਡੇਰੇ ਤੇ ਉਹਨਾਂ ਵੱਲੋਂ ਅੱਗੇ ਜਿਹੜੇ ਉੱਤਰਾਧਿਕਾਰੀ ਥਾਪੇ ਗਏ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ, ਜਿਵੇਂ ਡੇਰਾ ਚੱਲਦਾ ਰਿਹਾ ਉਹਨਾਂ ਦਾ। ਸੋ ਉਹਨਾਂ ਦੇ ਜਿਤਨੇ ਵੀ ਅੱਗੇ ਥਾਪੇ ਹੋਏ ਪੀਰ ਸਨ ਉਹ ਉਸੇ ਤਰ੍ਹਾਂ ਹੀ ਸਲਾਮਤ ਰੱਬੀ ਖੁਦਾ ਦੀ ਬੰਦਗੀ ਕਰਦੇ ਹੋਏ ਉਸ ਸਥਾਨ ਤੇ ਰਹਿੰਦੇ ਸਨ। ਦੇ ਤੋ ਦੇਗ ਜੋ ਆਵੈ ਤੀਰ, ਤੇ ਇੱਕ ਨੇਮ ਇਹ ਵੀ ਸੀ ਉਹਨਾਂ ਦੇ ਡੇਰੇ ਦਾ, ਕਿਉਂਕਿ ਮਹਾਰਾਜ ਜੀਆਂ ਨੇ ਕਿਹਾ ਸੀ ਤੁਹਾਡੀ ਦੇਗ ਜਿਹੜੀ ਹੈ ਨਾ ਸਦਾ ਸਲਾਮਤ ਰਹੇਗੀ। ਸੋ ਇਹ ਵੀ ਸੀ ਵੀ ਜੋ ਕੋਈ ਦੂਰ ਨੇੜੇ ਤੋਂ ਰਾਹੀ ਪਾਂਦੀ ਜਾਂ ਕੋਈ ਵੀ ਉੱਥੇ ਆਉਂਦਾ ਸੀ ਲੋੜਵੰਦ, ਉੱਥੇ ਉਹਨੂੰ ਪ੍ਰਸ਼ਾਦਾ ਮਿਲਦਾ ਸੀ, ਭੋਜਨ ਜ਼ਰੂਰ ਛਕਾਉਂਦੇ ਸਨ ਉਹ, ਕਿਉਂਕਿ ਉਹ ਮਹਾਰਾਜ ਕਾ ਬਖਸ਼ਿਆ ਹੋਇਆ ਅਸੀਸ ਦਿੱਤੀ ਉਹਨਾਂ ਦਾ ਉਹ ਲੰਗਰ ਚੱਲਿਆ। ਸੋ ਭਾਈ ਸਾਹਿਬ ਜੀ ਕਹਿਣ ਲੱਗੇ ਜਦੋਂ ਤੱਕ ਅਸੀਂ ਨੇ ਵਾਰਤਾਲਾਪ ਸਾਂਝੀ ਕੀਤੀ, ਭਾਵੇਂ ਲਿਖਿਆ ਸਾਰਾ ਬਰਤਾਂਤ ਸਾਨੂੰ ਜੋ ਮਿਲਿਆ, ਉਦੋਂ ਤੱਕ ਵੀ ਉੱਥੇ ਇਹ ਨੇਮ ਬਰਕਰਾਰ ਸੀ ਵੀ ਆਏ ਹੋਏ ਹਰ ਲੋੜਵੰਦ ਨੂੰ ਪੀਰ ਜੀਆਂ ਦੇ ਡੇਰੇ ਤੋਂ ਭੋਜਨ ਛਕਣ ਦੇ ਲਈ ਭਾਵ ਦੇਗ ਜਿਹੜੀ ਹੈ ਗੁਰੂ ਕੇ ਲੰਗਰ ਮਿਲਦੇ ਹਨ। ਸਿੰਘ ਭੂਪ ਨਹਿ ਛਿਨਿਓ ਕਾਹੂ, ਬੜੇ ਸਾਰੇ ਐਸੇ ਜਿਹੜੇ ਪ੍ਰਤਾਪੀ ਖਾਲਸੇ ਰਾਜੇ ਹੋਏ, ਲੇਕਿਨ ਉਸ ਸਥਾਨ ਨੂੰ ਕਿਸੇ ਨੇ ਵੀ ਨਹੀਂ ਖੋਇਆ, ਕਿਸੇ ਨੇ ਵੀ ਉਸ ਪਾਸੇ ਵੱਲ ਮੁਖ ਨਹੀਂ ਕੀਤਾ ਹੈ ਜੀ। ਰਹਿਓ ਤਿਨੋ ਡਿਗ ਸਭ ਕੇ ਮਾਹੂ, ਭਾਵ ਰਹੇ ਜ਼ਰੂਰ, ਕਿਉਂਕਿ ਚੁਗਿਰਦੇ ਵੱਡਾ ਰਾਜ ਬਣਿਆ, ਪਹਿਲੇ ਤੁਰਕਾਂ ਦਾ ਸੀ, ਬਾਅਦ ਚ ਖਾਲਸਾ ਬੈਠਾ। ਸੋ ਜੰਗਾਂ ਵੀ ਬਹੁਤ ਹੋਈਆਂ ਇਹਨਾਂ ਇਲਾਕਿਆਂ ਦੇ ਵਿੱਚ, ਅੱਗੇ ਅੱਗੇ 1857 ਦੇ ਗਦਰ ਤੱਕ ਆਪਾਂ ਵੇਖਦੇ ਆਣੇ ਆ। ਸੋ ਖਾਲਸੇ ਨੇ ਵੀ ਆਪਣੇ ਸਮੇਂ ਦੇ ਵਿੱਚ 17ਵੀਂ ਸਦੀ ਤੋਂ ਲੈ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੇ ਉਸ ਤੋਂ ਬਾਅਦ ਮਿਸਲੀ ਰਾਜ ਵੇਲੇ ਮਹਾਰਾਜਾ ਜਿਤਨੇ ਵੀ ਬੈਠਦੇ ਰਹੇ, ਉਹ ਸਾਰਿਆਂ ਦੇ ਵੇਲੇ ਬਹੁਤ ਸਾਰੇ ਜੰਗਾਂ ਯੁੱਧਾਂ ਦੇ ਵੇਲੇ ਲੰਘੇ, ਬੜੀਆਂ ਜੰਗਾਂ ਹੋਈਆਂ, ਲੇਕਿਨ ਨਾ ਤੇ ਕਿਸੇ ਨੇ ਇਸ ਪਾਸੇ ਵੱਲ ਮੁਖ ਕੀਤਾ, ਨਾ ਹੀ ਇਸ ਸਥਾਨ ਤੇ ਕਿਸੇ ਨੇ ਹਮਲਾ ਕੀਤਾ, ਸਲਾਮਤ ਰਿਹਾ। ਕਹਿਓ ਤਿਨੁ ਡਗ ਸਭ ਕੇ ਮਾਹੂ, ਸਾਰਿਆਂ ਰਾਜਾਂ ਦੇ ਵਿੱਚ ਸਲਾਮਤ ਉਸੇ ਤਰ੍ਹਾਂ ਹੀ ਮਹਾਰਾਜ ਕੀ ਅਸੀਸ ਸਦਕਾ ਵਸਦੇ ਰਹੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਕੇ ਬੈਨ, ਇਹ ਸਾਰੇ ਦਾ ਸਾਰਾ ਪ੍ਰਤਾਪ ਮਹਾਰਾਜ ਜੀ ਕੇ ਅਮੋਲਕ ਵਚਨਾਂ ਦਾ ਹੈ, ਜੋ ਮਹਾਰਾਜ ਨੇ ਤਰੁੱਟ ਕੇ ਆਪਣੇ ਪਾਸ ਤੋਂ ਕਹੇ ਸਨ ਵੀ ਤੁਹਾਡਾ ਟੁਕੜਾ ਅਸੀਂ ਬਖਸ਼ ਦਿੱਤਾ ਹੈ, ਤੁਹਾਡਾ ਸਥਾਨ ਅਸੀਂ ਬਖਸ਼ ਦਿੱਤਾ, ਉੱਥੇ ਕੁਝ ਨਹੀਂ ਹੋਏਗਾ। ਤੇ ਉਸੇ ਤਰ੍ਹਾਂ ਹੀ ਉਹ ਜਿਹੜਾ ਨਗਰ ਹੈ ਉਹ ਸਲਾਮਤ ਵਸਦਾ ਰਿਹਾ, ਕਿਸੇ ਵੀ ਰਾਜ ਦੇ ਰਾਜੇ ਨੇ ਉਸ ਪਾਸੇ ਵੱਲ ਕੋਈ ਹਮਲਾ ਨਹੀਂ ਕੀਤਾ ਤੇ ਨਾ ਹੀ ਕਿਸੇ ਦਾ ਕੋਈ ਨੁਕਸਾਨ ਹੋਇਆ। ਉਲਟ ਜੋ ਵੀ ਦੂਰ ਨੇੜੇ ਤੋਂ ਆਉਂਦਾ ਉਸ ਸਥਾਨ ਤੇ ਉਹਨੂੰ ਦੇਗ ਮਿਲ ਜਾਂਦੀ, ਲੰਗਰ ਮਿਲ ਜਾਂਦਾ ਸੀ। ਸੋ ਇਹ ਮਹਾਰਾਜ ਜੀ ਕੇ ਬਚਨਾਂ ਦਾ ਹੀ ਪ੍ਰਤਾਪ ਹੈ ਜੀ। ਜਗ ਮਹਿ ਅਟਲ ਮਿਟਹਿ ਕਿਮ ਹੈਨ, ਕਿਉਂਕਿ ਮਹਾਰਾਜ ਜੀ ਕੇ ਜਿਹੜੇ ਬਚਨ ਨੇ ਨਾ ਉਹ ਅਟਲ ਨੇ, ਜਦੋਂ ਕਿਤੇ ਇੱਕ ਵਾਰ ਜਿਸ ਲਈ ਹੋ ਗਏ ਨਾ ਗੁਰਮੁਖੋ, ਫਿਰ ਉਹਨਾਂ ਬਚਨਾਂ ਨੂੰ ਮਿਟਾਉਣ ਵਾਲਾ ਕੋਈ ਦੂਜਾ ਹੈ ਹੀ ਨਹੀਂ। ਖੁਦ ਖੁਦਾ ਦੇ ਬਚਨ ਨੇ, ਤੇ ਜਿੱਥੇ ਖੁਦਾ ਮਿਹਰਬਾਨ ਹੋ ਗਿਆ ਉਥੇ ਪੂਰਨ ਬਖਸ਼ਿਸ਼ ਹੈ ਜੀ। ਸਭ ਸੰਗਤ ਗੁਰ ਸਿਮਰਨ ਕਰੋ, ਨਾਲ ਭਾਈ ਸਾਹਿਬ ਜੀ ਇੱਥੇ ਇਸ ਵਾਰਤਾਲਾਪ, ਇਸ ਪ੍ਰਸੰਗ ਦੀ ਸਮਾਪਤੀ ਕਰਦੇ ਹੋਏ ਕਹਿੰਦੇ ਨੇ ਸਭ ਸੰਗਤ ਗੁਰ ਸਿਮਰਨ ਕਰੋ। ਕਿ ਵੇਖੋ ਭਾਈ ਗੁਰਮੁਖੋ, ਜਿਤਨੇ ਵੀ ਆਪ ਇਤਿਹਾਸ ਸੁਣਦੇ ਹੋ, ਗੁਰੂ ਕੀਆਂ ਅਗੰਮੀ ਬਾਤਾਂ ਨੇ, ਅਗੰਮੀ ਬਖਸ਼ਿਸ਼ਾਂ ਨੇ, ਵੱਡੀਆਂ ਹੀ ਬਾਤਾਂ ਨੇ ਮਹਾਰਾਜ ਜੀ ਕੀਆਂ। ਇਸ ਲਈ ਭਾਈ ਸਾਹਿਬ ਜੀ ਕਹਿੰਦੇ ਨੇ ਸਭ ਸੰਗਤ ਗੁਰ ਸਿਮਰਨ ਕਰੋ। ਭਾਈ ਸੰਗਤ ਜੀ ਇੱਕ ਨੇਮ ਬਣਾਓ, ਜ਼ਿੰਦਗੀ ਵਿੱਚ ਰੋਜ਼ਾਨਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਯਾਦ ਕਰਿਆ ਕਰੋ, ਸਿਮਰਨ ਕਰਿਆ ਕਰੋ, ਉਹਨਾਂ ਨੂੰ ਚੇਤੇ ਕਰਿਆ ਕਰੋ, ਕਿਉਂਕਿ ਜਿਸ ਥਾਂ ਤੇ, ਜਿਸ ਹਿਰਦੇ ਵਿੱਚ
ਜਿਸ ਗੁਰਮੁਖ ਦੇ ਅੰਦਰ ਗੁਰੂ ਦੀ ਯਾਦ ਆ ਜਾਂਦੀ ਹੈ ਨਾ, ਉਹਦਾ ਜੀਵਨ ਸਫਲ ਹੋ ਜਾਂਦਾ ਹੈ। ਸਭ ਸੰਗਤ ਜਿੰਨੇ ਵੀ ਆਪ ਸੁਣਦੇ ਹੋ, ਦੂਰ ਨੇੜੇ ਮਹਾਰਾਜ ਕੀ ਹਜ਼ੂਰੀ ਵਿੱਚ ਬੈਠ ਕਰਕੇ ਜਾਂ ਉੱਦਾਂ ਜਿੱਥੋਂ ਜਿੱਥੋਂ ਤੱਕ ਆਵਾਜ਼ ਜਾਂਦੀ ਹੈ, ਰੋਜ਼ਾਨਾ ਨੇਮ ਬਣਾ ਕੇ 5 ਮਿੰਟ 10 ਮਿੰਟ 15 ਮਿੰਟ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸਿਮਰਨ ਕਰਿਆ ਕਰੋ, ਕਿਉਂਕਿ ਬਹੁਤ ਵੱਡੇ ਬਖਸ਼ੰਦ ਦਾਤੇ ਨੇ, ਬੜੀਆਂ ਕਿਰਪਾ ਕਰਦੇ ਨੇ। ਜਦੋਂ ਕੋਈ ਗੁਰਮੁਖ ਉਹਨਾਂ ਨੂੰ ਸਿਮਰਦਾ ਹੈ ਨਾ, ਫਿਰ ਪਤਾ ਨਹੀਂ ਕਿਵੇਂ ਤਰੁੱਠ ਕੇ ਉਹਨਾਂ ਦੇ ਉੱਪਰ ਕੀ ਕਿਰਪਾ ਵਰਤਾ ਦਿੰਦੇ ਨੇ, ਉਹ ਕਥਨ ਨਹੀਂ ਕੀਤਾ ਜਾ ਸਕਦਾ। ਭਾਈ ਸਾਹਿਬ ਜੀ ਕਹਿੰਦੇ ਨੇ, ਮਹਾਰਾਜ ਜੀ ਦਾ ਸਿਮਰਨ ਜ਼ਿੰਦਗੀ ਵਿੱਚ ਜ਼ਰੂਰ ਕਰਿਆ ਕਰੋ। ਵੀ ਕਣ ਦੂਹ ਲੋਕਣ ਕੇ ਹਰੋ। ਕਿਉਂਕਿ ਮਹਾਰਾਜ ਜੀ ਕੇ ਸਿਮਰਨ ਦੇ ਸਦਕਾ ਦੋਹਾਂ ਲੋਕਾਂ ਦੇ ਵਿਘਨ ਮੁੱਕ ਜਾਂਦੇ ਨੇ। ਇਹ ਲੋਕ ਵਿੱਚ ਵੀ ਸੁੱਖ ਮਿਲ ਜਾਂਦਾ, ਪਰ ਲੋਕ ਵਿੱਚ ਵੀ ਥਾਂ ਦਵਾ ਦਿੰਦੇ ਨੇ। ਜੇ ਪੀਰ ਜੀਆਂ ਨੇ ਕਿਹਾ ਨਾ ਇੱਥੇ ਕੋਈ ਵਿਘਨ ਨਾ ਆਵੇ, ਤੇ ਮਹਾਰਾਜ ਨੇ ਕਿਹਾ ਸੀ ਆਨੰਦ ਲਓ, ਕੋਈ ਵਿਘਨ ਨਹੀਂ, ਤੇ ਆਇਆ ਵੀ ਨਹੀਂ। ਤੇ ਜੇ ਪਰਲੋਕ ਦੀ ਬਾਤ ਆਈ ਤੇ ਪੀਰ ਜੀ ਕਹਿਣ ਲੱਗੇ ਦਰਗਾਹ ਵਿੱਚ ਜਿਹੜਾ ਮੁੱਖ ਸਾਨੂੰ ਬਖਸ਼ਿਸ਼ ਕਰਦਾ ਨਾ, ਉਹ ਇਹੀ ਹੈ ਜਿਹੜਾ ਇਸ ਵਕਤ ਧਰਤੀ ਤੇ ਵਿਚਰ ਰਿਹਾ ਨੇ। ਸੋ ਇਸ ਕਰਕੇ ਦੋਹਾਂ ਲੋਕਾਂ ਦੇ ਵਿਘਨ ਮਹਾਰਾਜ ਹਰ ਲੈਂਦੇ ਨੇ। ਜਿਹੜਾ ਕੋਈ ਗੁਰਮੁਖ ਮਹਾਰਾਜ ਦਾ ਸਿਮਰਨ ਕਰਦਾ ਹੈ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸੋ ਗੁਰਦੇਵ ਰਹਿਮਤ ਕਰਦੇ ਨੇ। ਇੱਥੇ ਹੀ ਇਸ ਪ੍ਰਸੰਗ ਦੀ ਸਮਾਪਤੀ ਹੋਈ ਹੈ। ਇਸ ਤੋਂ ਅੱਗੇ ਲਖਨੌਰ ਦੇ 1-2 ਜਿਵੇਂ ਸਾਖੀਆਂ ਦੇ ਹਵਾਲੇ ਹੋਰ ਨੇ। ਉਸ ਤੋਂ ਅੱਗੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਸ਼ਹਾਦਤ ਦਾ ਇਤਿਹਾਸ ਹੈ ਜੀ। ਸੋ ਜਿਵੇਂ ਇਤਿਹਾਸ ਦੀ ਕੜੀ ਚੱਲਦੀ ਹੈ, ਯਤਨ ਕਰਾਂਗੇ ਰੋਜ਼ਾਨਾ ਦੇ ਨੇਮ ਅਨੁਸਾਰ ਇਹਨਾਂ ਸਮਿਆਂ ਦੌਰਾਨ ਵਿਸਤਾਰ ਸਹਿਤ ਸਭ ਆਪ ਸੰਗਤਾਂ ਦੇ ਨਾਲ ਸਾਂਝਿਆਂ ਕਰਨ ਦਾ। ਅੱਜ ਇੱਥੇ ਹੀ ਵਿਚਾਰਾਂ ਨੂੰ ਵਿਸ਼ਰਾਮ ਦਿੰਦੇ ਹਾਂ। ਸਮਾਪਤੀ ਹੈ। ਆਓ ਗੁਰਬਾਣੀ ਦੇ ਹੁਣ ਕੀਰਤਨ ਸਰਵਣ ਕਰਨੇ ਨੇ। ਵਿਚਾਰਾਂ ਕਰਦਿਆਂ ਹੋਈਆਂ ਅਣਗਿਣਤ ਭੁੱਲਾਂ ਗੁਰਦੇਵ ਗੁਰੂ ਕੀ ਸੰਗਤ ਬਖਸ਼ ਲੈਣਾ ਜੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਆਪਰ ਬਾਰਤਾ ਕਛ ਕਾਹੋ ਜਿਮ ਬਿੱਤੀ ਲਖਨੌਰ। ਬਾਲ ਸਰੀਰ ਵਰਤਤ ਗੁਰੂ ਜੋ ਸਭ ਜਗ ਸਿਰ ਮੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।